ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸਵਾਤੀ ਵਿਰਕ ਤੇ ਪੰਜਾਬ ਟੀਵੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਐਜੂਕੇਸ਼ਨ ਫॉर ਯੂ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਪ੍ਰੋਗਰਾਮ ਐਜੂਕੇਸ਼ਨ ਫॉर ਯੂ ਤੇ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਇੱਕ ਰਾਈਟ ਜਿਹੜਾ ਕੋਰਸ ਚੂਜ਼ ਕਰ ਸਕਦੇ ਹਾਂ ਤੇ ਕੋਰਸ ਦੇ ਨਾਲ-ਨਾਲ ਕਿਵੇਂ ਇੱਕ ਰਾਈਟ ਯੂਨੀਵਰਸਿਟੀ ਤੇ ਕਾਲਜ ਵੀ ਅਸੀਂ ਚੂਜ਼ ਜਿਹੜਾ ਕਰ ਸਕਦੇ ਹਾਂ। ਅਸੀਂ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਆਪਣੇ ਐਕਸਪਰਟਸ ਦੇ ਨਾਲ, ਪਰ ਇਸ ਤੋਂ ਪਹਿਲਾਂ ਸਾਡੀ ਆਡੀਅנס ਦੇ ਲਈ ਕਿ ਤੁਹਾਡਾ ਕੋਈ ਵੀ ਸਵਾਲ ਹੈ ਟੌਪਿਕ ਦੇ ਰਿਲੇਟਡ ਤੇ ਤੁਸੀਂ ਸਾਨੂੰ ਫੇਸਬੁੱਕ ਤੇ ਕਮੈਂਟ ਕਰ ਸਕਦੇ ਹੋ। ਤੇ ਇਸ ਦੇ ਨਾਲ ਜੇ ਤੁਸੀਂ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਦੀ ਜੋ ਕਿ ਕਾਫੀ ਐਕਸਪੀਰੀਅੰਸ ਤੇ ਕੁਆਲੀਫਾਈਡ ਜਿਹੜੇ ਏਜੰਟ ਨੇ, ਜੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਸੰਪਰਕ ਕਰਨਾ ਚਾਹੁੰਦੇ ਹੋ ਤੇ ਨੰਬਰ ਹੈ ਜੀ 0396021330। ਮੈਂ ਇੱਕ ਵਾਰੀ ਰਿਪੀਟ ਕਰ ਦਿੰਨੀ ਆ, ਨੰਬਰ ਹੈ ਜੀ 0396021330। ਤੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੇ ਐਡਰੈਸ ਹੈ ਜੀ 701/343 ਲਿਟਲ ਕਾਲਿਨ ਸਟਰੀਟ, ਮੈਲਬਨ, ਵਿਕਟੋਰੀਆ 3000। ਤੇ ਆਓ ਫਿਰ ਦੇਰ ਨਾ ਕਰਦੇ ਹੋਏ ਗੱਲਬਾਤ ਕਰਦੇ ਹਾਂ ਅੱਜ ਦੇ ਟੌਪਿਕ ਬਾਰੇ ਤੇ ਜੀ ਆਇਆਂ ਆਖਦੇ ਹਾਂ ਆਪਣੇ ਗੈਸਟ ਨੂੰ। ਸਤਿ ਸ਼੍ਰੀ ਅਕਾਲ ਅਰੁਣ ਜੀ। ਸਤਿ ਸ਼੍ਰੀ ਅਕਾਲ ਜੀ ਤੇ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਐਜੂਕੇਸ਼ਨ ਫॉर ਯੂ ਤੇ ਦੀ। ਧੰਨਵਾਦ ਜੀ। ਤੇ ਅਰੁਣ ਜੀ, ਅੱਜ ਦਾ ਟੌਪਿਕ ਆਪਣੇ ਆਪ ਤੇ ਹੀ ਬਹੁਤ ਖਾਸ ਹੈ ਕਿ ਕਿਵੇਂ ਅਸੀਂ ਜਿਹੜਾ ਇਹ ਰਾਈਟ ਟੌਪਿਕ ਜਿਹੜਾ ਕੋਰਸ ਹੈ ਉਹ ਚੂਜ਼ ਕਰ ਸਕਦੇ ਹਾਂ। ਕਿਉਂਕਿ ਸਟੂਡੈਂਟਸ ਜਦੋਂ ਆਸਟ੍ਰੇਲੀਆ ਆਉਂਦੇ ਨੇ ਤਾਂ ਇੱਕ ਸੁਨਹਿਰੀ ਸੁਪਨਾ ਸਜਾ ਕੇ ਆਉਂਦੇ ਨੇ ਕਿ ਕਿਹੜਾ ਕੋਰਸ ਜਿਹੜਾ ਉਹ ਚੂਜ਼ ਕਰਨ ਕਿ ਤਾਂ ਕਿ ਫਿਊਚਰ ਦੇ ਉਹਨਾਂ ਵਾਸਤੇ ਬੈਨੀਫੀਸ਼ੀਅਲ ਸਾਬਿਤ ਹੋਵੇ। ਤੇ ਅੱਜ ਅਸੀਂ ਗੱਲ ਕਰਾਂਗੇ ਤੇ ਦੱਸਾਂਗੇ ਕਿ ਕਿਵੇਂ ਤੁਸੀਂ ਆਪਣਾ ਕੋਰਸ ਜਿਹੜਾ ਹੈ ਆਪਣੇ ਸਾਡੇ ਏਜੰਟ ਦੇ ਅਕੋਰਡਿੰਗ ਤੁਸੀਂ ਜਿਹੜਾ ਹੈ ਚੇਂਜ ਕਰ ਸਕਦੇ ਹੋ। ਹਾਂਜੀ ਅਰੁਣ ਜੀ, ਜੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਜੀ ਪਲੀਜ਼। ਇਹ ਸਭ ਤੋਂ ਜ਼ਿਆਦਾ ਇਹ ਪੁੱਛਿਆ ਜਾਣ ਵਾਲਾ ਕੁਐਸਚਨ ਆ ਕਿ ਸਰ ਅਸੀਂ ਕਿਹੜਾ ਕਾਲਜ ਤੇ ਕਿਹੜਾ ਕੋਰਸ ਕਰੀਏ। ਬਿਲਕੁਲ ਜੀ, ਕਿਉਂਕਿ ਹਰੇਕ ਸਟੂਡੈਂਟ ਨੂੰ ਜਦੋਂ ਉਰੇ ਆਉਂਦਾ ਉਸਦਾ ਫਿਊਚਰ ਇਸ ਚੀਜ਼ ਤੇ ਸਟੈਕ ਹੁੰਦਾ ਕਿ ਇਹ ਫਿਊਚਰ ਸਟੈਂਡ ਕਰਦਾ ਕਿ ਬੱਚਾ ਜੇ ਕੋਰਸ ਕਰਕੇ ਉਸ ਨੂੰ ਅੱਗੇ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਜੀ। ਤਾਂ ਸਭ ਤੋਂ ਪਹਿਲੀ ਗੱਲ, ਜੇ ਆਪਾਂ ਕਿਸੇ ਵੀ ਕਾਲਜ ਦੇ ਲੈਵਲ ਜਾਂ ਉਸਦਾ ਚੈੱਕਲਿਸਟ ਚੈੱਕ ਕਰ ਸਕਦੇ ਹਾਂ ਕਿ ਉਸ ਕਾਲਜ ਜੇ ਆਪਾਂ ਐਡਮਿਸ਼ਨ ਲੈਂਦੇ ਆ ਤਾਂ ਉਸ ਕਾਲਜ ਦਾ ਦੇ ਲਈ ਕੀ ਫੰਡਸ ਜਾਂ ਆਇਲਸ ਰਿਕੁਆਇਰਮੈਂਟ ਹੈ ਕਿ ਨਹੀਂ ਹੈਗੀ ਜੀ। ਇਸ ਦੇ ਰਿਗਾਰਡਿੰਗ ਅਸੀਂ ਮੈਂ ਟੈਨ ਸਾਹਿਬ ਨੂੰ ਕਿਹਾ ਸੀ ਕਿ ਉਹ ਇੱਕ ਲਿੰਕ ਪਾ ਦੇਣਗੇ ਇਹ ਡਿਸਕ੍ਰਿਪਸ਼ਨ ਦੇ ਵਿੱਚ, ਜਿਹਦੇ ਉੱਤੇ ਜਾ ਕੇ ਸਟੂਡੈਂਟ ਆਪਣੇ ਆਪ ਚੈੱਕ ਕਰ ਸਕਦਾ ਹੈ ਕਿ ਉਸ ਨੂੰ ਡਾਕੂਮੈਂਟ ਜੇ ਇਸ ਕਾਲਜ ਵਿੱਚ ਜਾਏਗਾ ਤਾਂ ਉਸ ਨੂੰ ਫੰਡਸ ਔਰ ਆਇਲਸ ਦੀ ਲੋੜ ਪਏਗੀ ਕਿ ਨਹੀਂ ਪਏਗੀ ਜੀ। ਮੈਂ ਟੈਨ ਸਾਹਿਬ ਨੂੰ ਕਹਾਂਗਾ ਕਿ ਉਹ ਇੱਕ ਵਾਰੀ ਜਿਹੜੀ ਡਿਸਪਲੇ ਆ ਉਹ ਔਨ ਕਰ ਦੇਣ, ਜਿਹਦੇ ਵਿੱਚ ਲਿੰਕ ਹੋਵੇ ਕਿ ਉਹ ਕਿਵੇਂ ਚੈੱਕ ਕਰ ਸਕਦੇ ਕਿ ਕਾਲਜ ਦਾ ਚੈੱਕਲਿਸਟ ਕਿਹੜੇ ਫੰਡਸ ਦੀ ਜਾਂ ਆਇਲਸ ਦੀ ਜਾਂ ਕਿਹੜੇ ਡਾਕੂਮੈਂਟ ਦੀ ਲੋੜ ਪੈਂਦੀ ਹੈ ਜੀ। ਬਿਲਕੁਲ ਜੀ। ਤੋ ਇਹ ਸਭ ਤੋਂ ਪਹਿਲਾਂ ਜਦੋਂ ਤੁਸੀਂ ਡਾਕੂਮੈਂਟ ਚੈੱਕਲਿਸਟ ਟੂਲ ਤੇ ਜਾਓਗੇ ਤਾਂ ਇਸ ਦੇ ਉੱਤੇ ਲਿਖਿਆ ਹੈ ਕੰਟਰੀ ਆਫ ਪਾਸਪੋਰਟ। ਤੁਸੀਂ ਆਪਣਾ ਕੰਟਰੀ ਆਫ ਪਾਸਪੋਰਟ ਸਿਲੈਕਟ ਕਰਨਾ। ਤੁਸੀਂ ਇੰਡੀਆ ਤੋਂ, ਤੁਸੀਂ ਪਾਕਿਸਤਾਨ ਤੋਂ, ਤੁਸੀਂ ਨੇਪਾਲ ਤੋਂ, ਸ਼੍ਰੀਲੰਕਾ, ਕਿਸੇ ਵੀ ਕੰਟਰੀ ਤੋਂ ਤੁਸੀਂ ਉਹ ਸਿਲੈਕਟ ਕਰਨਾ ਹੈ। ਸੈਕਿੰਡ ਦੇ ਵਿੱਚ ਲਿਖਿਆ ਐਜੂਕੇਸ਼ਨ ਪ੍ਰੋਵਾਈਡਰ। ਤੁਸੀਂ ਕਿਸ ਕਾਲਜ ਦੇ ਵਿੱਚ ਜਾਂ ਕਿਸ ਕਾਲਜ ਦਾ ਚੈੱਕ ਕਰਨ ਜਾਂਦੇ ਕਿ ਉਹਦਾ ਡਾਕੂਮੈਂਟ ਚੈੱਕਲਿਸਟ ਉਸਦਾ ਕੀ ਹੈ। ਤੁਸੀਂ ਕੋਈ ਵੀ ਪ੍ਰਾਈਵੇਟ ਜਾਂ ਟੇਫ ਜਾਂ ਕੋਈ ਵੀ ਕਾਲਜ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਜੋ ਕਿਰਾਏ ਕੋਰਸ 'ਤੇ ਹੈਗਾ। ਤੇ ਇਸ ਦੇ ਨਾਲ ਜੇ ਤੁਹਾਡੇ ਕੋਲ ਨਾਮ ਨਹੀਂ ਪਤਾ ਤਾਂ ਤੁਸੀਂ ਕਿਰਾਏ ਕੋਰਸ ਦਾ ਕੋਡ ਵੀ ਮੈਂਸ਼ਨ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਡਿਸਪਲੇ ਐਵੀਡੈਂਸ ਉੱਤੇ ਜਦੋਂ ਕਲਿੱਕ ਕਰੋਗੇ ਤਾਂ ਮੈਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਇੰਡੀਆ ਸਿਲੈਕਟ ਕਰਕੇ ਕੋਈ ਵੀ ਕਾਲਜ ਲੈ ਰਿਹਾ ਜਿਹਦੇ ਵਿੱਚ ਫੰਡਸ ਤੇ ਆਇਲਸ ਦੀ ਲੋੜ ਨਾ ਹੋਵੇ। ਤਾਂ ਟੈਨ ਸਾਹਿਬ ਨੂੰ ਕਹਾਂ ਕਿ ਸੈਕਿੰਡ ਇਮੇਜ ਔਨ ਕਰ ਦੇਣ। ਤਾਂ ਜਿਹੜੀ ਇਸ ਇਮੇਜ ਦੇ ਵਿੱਚ ਤੁਸੀਂ ਜਿਵੇਂ ਦੇਖੋਗੇ ਕਿ ਕਾਫੀ ਜ਼ਿਆਦਾ ਲਿਸਟ ਹੈ ਇਹਦੇ ਵਿੱਚ ਜਿਹਦੇ ਵਿੱਚ ਫੰਡਸ ਤੇ ਆਇਲਸ ਦੀ ਲੋੜ ਨਹੀਂ ਹੈਗੀ। ਤਾਂ ਜੇ ਇਹਦੇ ਵਿੱਚ ਲੋੜ ਨਹੀਂ ਹੈਗੀ ਤਾਂ ਇਟ ਮੀਨ ਜਿਹੜਾ ਮੈਂ ਕਾਲਜ ਸਿਲੈਕਟ ਕੀਤਾ ਹੈ ਉਹ ਲੈਵਲ 2 ਦਾ ਕਹਿ ਸਕਦੇ ਹਾਂ ਕਿ ਉਹ ਕਾਲਜ ਹੈਗਾ। ਤੇ ਜੇ ਉਹ ਕਾਲਜ ਵਿੱਚ ਆਪਾਂ ਐਡਮਿਸ਼ਨ ਲੈਂਦੇ ਹਾਂ ਤਾਂ ਆਪਾਂ ਨੂੰ ਡਿਪਾਰਟਮੈਂਟ ਦੇ ਵੱਲੋਂ ਆਇਲਸ ਤੇ ਫੰਡ ਦੀ ਰਿਕੁਆਇਰਮੈਂਟ ਨਹੀਂ ਹੋਗੀ। ਕਾਲਜ ਆਪਣੇ ਮੁਤਾਬਿਕ ਉਸ ਨੂੰ ਚੈੱਕ ਕਰਕੇ ਇਹ ਬੱਚੇ ਨੂੰ ਇਸ਼ੂ ਕਰ ਸਕਦਾ ਹੈ। ਇਸ ਦੇ ਅਗਲੀ ਨੈਕਸਟ ਸਟੇਜ ਤੇ ਜਿਹੜੀ ਜੇ ਆਪਾਂ ਲੈਵਲ 3 ਜਾਂ ਆਪਾਂ ਜਿਹਨੇ ਉਸ ਕਾਲਜ ਦੇ ਵਿੱਚ ਆਪਾਂ ਚੈੱਕ ਕਰਨਾ ਜਿਹਦੇ ਵਿੱਚ ਆਇਲਸ ਤੇ ਫੰਡ ਦੀ ਰਿਕੁਆਇਰਮੈਂਟ ਹੋਏਗੀ ਤਾਂ ਕਿਵੇਂ ਸ਼ੋ ਹੋਏਗੀ। ਮੈਂ ਟੈਂਸ਼ਨ ਕਰਾਂਗੀ ਤੀਜੀ ਇਮੇਜ ਚਲਾ ਦਿਓ। ਤਾਂ ਥਰਡ ਇਮੇਜ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਮੈਂ ਕੰਟਰੀ ਸਿਲੈਕਟ ਕਰ ਲਈ ਤੇ ਐਜੂਕੇਸ਼ਨ ਪ੍ਰੋਵਾਈਡਰ ਜੋ ਤੁਸੀਂ ਚੈੱਕ ਕਰਨਾ ਹੈ ਉਹ ਤੁਸੀਂ ਮੈਂਸ਼ਨ ਕੀਤਾ ਤਾਂ ਥੱਲੇ ਇੱਕ ਫਾਈਨੈਂਸ਼ੀਅਲ ਕੈਪੈਸਿਟੀ ਤੇ ਇੰਗਲਿਸ਼ ਦੇ ਰਿਗਾਰਡਿੰਗ ਲਿਖਿਆ ਹੋਇਆ। ਇਟ ਮੀਨਸ ਜਿਹੜਾ ਕਾਲਜ ਮੈਂ ਸਿਲੈਕਟ ਕੀਤਾ ਹੈ ਉਹਦੇ ਵਿੱਚ ਜੇ ਤੁਸੀਂ ਐਡਮਿਸ਼ਨ ਲਓਗੇ, ਜੇ ਵੀਜ਼ਾ ਪਰਪਸ ਲਈ ਤੁਹਾਨੂੰ ਆਇਲਸ ਤੇ ਫਾਈਨੈਂਸ਼ੀਅਲ ਜਾਂ ਆਇਲਸ PTO ਕੋਈ ਵੀ ਤੁਹਾਡੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਤੁਹਾਨੂੰ ਦੇਣਾ ਪਏਗਾ ਤੇ ਫੰਡਸ ਪ੍ਰੋਵਾਈਡ ਕਰਨੇ ਪੈਣਗੇ।
ਤਾਂ ਇਸ ਲਈ ਤੁਸੀਂ ਆਪ ਚੈੱਕ ਕਰ ਸਕਦੇ ਕਿ ਤੁਹਾਡਾ ਕਾਲਜ ਇਹ ਕਿਸ ਲੈਵਲ ਤੇ ਹੈਗਾ। ਜੀ ਤਾਂ ਇਹਦੇ ਨਾਲ ਇਸ ਤੋਂ ਇਲਾਵਾ ਜਦੋਂ ਇਹ ਚੀਜ਼ ਚੈੱਕ ਕਰ ਲਈ ਤਾਂ ਆਪਾਂ ਨੈਕਸਟ ਸਟੈਪ ਆਉਂਦਾ ਹੈ ਕਿ ਕਿਹੜੇ ਕੋਰਸਿਸ ਸਿਲੈਕਟ ਕਰ ਸਕਦੇ ਹਾਂ। ਜੀ ਬਿਲਕੁਲ ਜੀ, ਬਹੁਤ ਹੀ ਜ਼ਰੂਰੀ ਜਿਹੜਾ ਅੱਜ ਦਾ ਟੌਪਿਕ ਵੀ ਹੈ ਤੇ ਸਵਾਲ ਵੀ ਹੈ ਜੀ ਜਿਹੜਾ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਕਈ ਕੋਰਸਿਸ ਨੇ ਇਹ, ਜਿਵੇਂ ਕਿ ਜੇ ਆਪਾਂ ਕਹੀਏ ਕਿ ਟ੍ਰੇਡ ਕੋਰਸਿਸ ਦੇ ਵਿੱਚ ਕੁਕਰੀ, ਜੀ ਆਟੋਮੋਟਿਵ, ਪੇਂਟਿੰਗ, ਟਾਈਲਿੰਗ, ਵੈਲਡਿੰਗ, ਫੈਬਰੀਕੇਸ਼ਨ, ਲੋਕਸਮਿਥ, ਨੰਬਰ ਆਫ ਕੋਰਸਿਸ ਨੇ ਜਿਹੜੇ ਟ੍ਰੇਡ ਦੇ ਵਿੱਚ ਆ ਜਾਂਦੇ ਨੇ। ਤੇ ਮੋਸਟਲੀ ਬੱਚੇ ਸਾਨੂੰ ਸ਼ੁਰੂ ਇਹੀ ਪੁੱਛਦੇ ਨੇ ਕਿ ਸਰ ਇਹ ਕੋਰਸਿਸ ਅਸੀਂ ਕਰਨਾ ਚਾਹੁੰਦੇ ਹਾਂ ਤੇ ਪਰ ਅਸੀਂ ਸਪੋਜ਼ ਐਗਜ਼ਾਮਪਲ ਕਿ ਅਸੀਂ ਰਹਿ ਰਹੇ ਹਾਂ ਐਡਲੇਡ ਦੇ ਵਿੱਚ ਜਾਂ ਗੋਲਡ ਕੋਸਟ ਦੇ ਵਿੱਚ ਜਾਂ ਮੈਲਬਨ ਦੇ ਕਿਸੇ ਵੀ ਏਰੀਆ ਦੇ ਵਿੱਚ ਰਹਿ ਰਹੇ ਹਾਂ। ਤਾਂ ਜਦੋਂ ਤੁਹਾਨੂੰ ਕੋਈ ਵੀ ਕੋਰਸ ਜੋ ਤੁਹਾਡੇ ਕੋਲਜ ਸਿਲੈਕਟ ਹੋ ਗਿਆ ਤਾਂ ਪਹਿਲਾਂ ਤੁਸੀਂ ਦੇਖੋ ਕਿ ਤੁਸੀਂ ਰਹਿ ਕਿੱਥੇ ਰਹੇ ਹੋ, ਤਾਂ ਤੁਹਾਨੂੰ ਉਸ ਦੇ ਨਜ਼ਦੀਕ ਆ ਜੇ ਪ੍ਰੈਫਰੇਬਲ ਹੋਵੇ ਤਾਂ ਤੁਸੀਂ ਉਸ ਕਾਲਜ ਦੇ ਵਿੱਚ ਐਡਮਿਸ਼ਨ ਲਵੋ। ਕਿਉਂਕਿ ਜਿੰਨਾ ਤੁਹਾਡੇ ਕਾਲਜ ਇਹ ਜਿਹੜਾ ਕਨਵੀਨੀਅੰਟ ਹੋਏਗਾ, ਤੁਹਾਨੂੰ ਆਉਣਾ ਜਾਣਾ ਆਸਾਨ ਰਹੇਗਾ, ਤਾਂ ਤੁਸੀਂ ਪ੍ਰੋਪਰ ਕਲਾਸਾਂ ਅਟੈਂਡ ਕਰੋਗੇ। ਤੇ ਜੇ ਈਵਨਿੰਗ ਬੈਚ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਟਰੈਵਲਿੰਗ ਦਾ ਦਿੱਕਤ ਨਹੀਂ ਆਣੀ। ਤੇ ਕਿਉਂਕਿ ਕਈ ਕਾਲਜ ਹੈਗੇ ਨੇ, ਜੇ ਸਪੋਜ਼ ਕੋਈ ਬੱਚਾ ਡੈਨੋਂਗ ਦੇ ਵਿੱਚ ਰਹਿ ਰਿਹਾ ਤਾਂ ਹਾਲਮ ਦੇ ਵਿੱਚ ਇੱਕ ਕਾਲਜ ਹੈਗਾ, ਉਹਨਾਂ ਕੋਲ ਆਟੋਮੋਟਿਵ ਕੁਕਰੀ ਸਭ ਕੁਝ ਹੈਗਾ ਉਹਨਾਂ ਕੋਲੇ। ਜੇ ਬੱਚਾ ਫੁੱਟਸਕਰ ਰਹਿ ਰਿਹਾ ਤਾਂ ਵੀ ਉੱਥੇ ਕਾਲਜ ਹੈਗਾ। ਜੇ ਕੋਈ ਸਟੂਡੈਂਟ ਥੋਨਬਰੀ ਰਹਿ ਰਿਹਾ ਉੱਥੇ ਕੁਕਰੀ ਦਾ ਕਾਲਜ ਹੈਗਾ। ਮੈਂ ਸਿਟੀ ਤੋਂ ਬਾਹਰ ਦੀ ਗੱਲ ਕਰ ਰਿਹਾ। ਤੇ ਜੇ ਕੋਈ ਸਟੂਡੈਂਟ ਕੋਈ ਲੇਲਰ ਦੇ ਵਿੱਚ ਆ ਉੱਥੇ ਆਟੋਮੋਟਿਵ ਕੁਕਰੀ ਦੋਨੇ ਕਾਲਜ ਹੈਗੇ ਨੇ। ਤਾਂ ਟੋਟਲੀ ਮੈਲਬਨ ਦੇ ਵਿੱਚ ਹਰੇਕ ਸਿਟੀ ਦੇ ਵਿੱਚ ਤਾਂ ਕਾਫੀ ਕਾਲਜ ਹੈ ਹੀ ਹੈ ਨੇ। ਤਾਂ ਆਊਟ ਆਫ ਸਿਟੀ ਜਿਹੜੇ ਬੱਚੇ ਰਹੇ ਤਾਂ ਉਹਨਾਂ ਵਾਸਤੇ ਹਰੇਕ ਜਗ੍ਹਾ ਦੇ ਕਾਲਜ ਹੈਗੇ ਨੇ। ਤਾਂ ਮੋਸਟਲੀ ਪ੍ਰੈਫਰ ਮੈਂ ਇਹ ਕਰਦਾ ਹੁੰਦਾ ਕਿ ਵੀ ਉਸ ਕਾਲਜ ਵਿੱਚ ਜਾਓ ਜਿਹੜਾ ਤੁਹਾਡੇ ਨੇੜੇ ਪੈਂਦਾ, ਤੇ ਜੇ ਚੰਗਾ ਕਾਲਜ ਤਾਂ ਉਹਦੇ ਵਿੱਚ ਐਡਮਿਸ਼ਨ ਲਵੋ। ਜੀ ਬਿਲਕੁਲ ਜੀ, ਠੀਕ ਹੈ। ਤੇ ਇਸ ਕਰਕੇ ਜੀ ਤੇ ਇਹ ਅਸੀਂ ਗੱਲਬਾਤ ਕੀਤੀ ਸੀਗੀ ਕਿ ਕਿਵੇਂ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਰਿਕੁਆਇਰਮੈਂਟਸ ਨੇ ਕਾਲਜ ਦੀਆਂ, ਤੇ ਇਸ ਤੋਂ ਇਲਾਵਾ ਨਾਲ ਕਿ ਕਿਵੇਂ ਤੁਸੀਂ ਜਿਹੜਾ ਹੈ ਕਿ ਕੋਰਸ, ਇਹ ਅਸੀਂ ਗੱਲ ਕੀਤੀ ਸੀ ਕਿ ਕਾਲਜ ਦੀ। ਹੁਣ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਜਿਹੜਾ ਕੋਰਸ ਜਿਹੜਾ ਉਹ ਚੂਜ਼ ਕਰ ਸਕਦੇ ਹੋ। ਜਿਵੇਂ ਕਿ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ, ਆਪਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਅੱਜ ਕੱਲ੍ਹ, ਤੇ ਉਹਨੂੰ ਚੂਜ਼ ਕਰਨਾ ਬਹੁਤ ਹੀ ਔਖਾ ਕੰਮ ਹੁੰਦਾ ਹੈ ਕਿ ਕਿਹੜਾ ਕੋਰਸ ਜਿਹੜਾ ਅਸੀਂ ਚੂਜ਼ ਕਰੀਏ ਜਿਹੜਾ ਸਾਡੇ ਫਿਊਚਰ ਵਾਸਤੇ ਵੀ ਜਿਹੜਾ ਹੈ ਬਹੁਤ ਵਧੀਆ ਸਾਬਿਤ ਹੋਵੇ। ਤੇ ਹਾਂਜੀ ਅਰੁਣ ਜੀ, ਜੇ ਤੁਸੀਂ ਪਲੀਜ਼ ਥੋੜਾ ਜਿਹਾ ਦੱਸੋ ਕਿ ਕਿਵੇਂ ਕਰ ਸਕਦੇ ਹਾਂ ਅਸੀਂ ਕੋਰਸ ਦੀ ਸਿਲੈਕਸ਼ਨ ਕਿਵੇਂ ਕਰ ਸਕਦੇ ਹਾਂ। ਦੇਖੋ, ਇਹ ਸਭ ਤੋਂ ਪਹਿਲੀ ਚੀਜ਼, ਜੇ ਆਪਾਂ ਇਹ ਇੱਕ ਐਗਜ਼ਾਮਪਲ ਲੈਣਾ ਕੁਕਰੀ ਜੀ, ਬੱਚਾ ਆ ਗਿਆ, ਬੱਚਾ ਕਹਿੰਦਾ ਮੈਂ ਕੁਕਰੀ ਕੋਰਸ ਕਰਨਾ ਚਾਹੁੰਦਾ, ਤੇ ਉਸਦਾ ਫੀਸ ਸਟਰਕਚਰ ਤੇ ਲੋਕੇਸ਼ਨ ਜੀ। ਲੋਕੇਸ਼ਨ ਮੈਂ ਪਹਿਲਾਂ ਮੈਂ ਦੱਸ ਚੁੱਕਿਆ ਕਿ ਵੀ ਇਹ ਸਿਟੀ ਦੇ ਵਿੱਚ ਤਾਂ ਕਾਫੀ ਕਾਲਜਿਸ ਨੇ, ਤੇ ਆਊਟ ਆਫ ਸਿਟੀ ਵੀ ਜੇ ਬੱਚਾ ਮੈਲਬਨ ਦੇ ਵਿੱਚ ਹੈਗਾ ਤਾਂ ਇਹ ਕਾਫੀ ਉਹਨਾਂ ਕੋਲ ਆਪਸ਼ਨ ਹੈ। ਫੁੱਟਸਕਰੇ, ਹਾਲਮ, ਥੋਨਬਰੀ, ਇਹ ਲੇਲਰ, ਤਾਂ ਹਰੇਕ ਜਗ੍ਹਾ ਹੈਗੀਆਂ ਨੇ ਜੀ। ਜਿਹੜੀ ਇਹਨੇ ਫੀਸ ਸਟਰਕਚਰ ਹੋਏਗਾ ਇਹ ਮੋਸਟਲੀ ਕਾਲਜ ਦਾ 16,000 ਤੋਂ ਲੈ ਕੇ 18,000 ਦੇ ਵਿੱਚ ਹੁੰਦਾ ਜੀ ਤੇ ਫੀਸ ਸਟਰਕਚਰ। ਇਹ ਇੱਕ ਚੀਜ਼ ਇਹਦੇ ਵਿੱਚ ਹੋਰ ਚੀਜ਼ ਧਿਆਨ ਰੱਖਣ ਵਾਲੀ ਗੱਲ ਇਹ ਆ, ਜਦੋਂ ਤੁਹਾਨੂੰ ਕੋਈ ਕੋਰਸ ਸਿਲੈਕਟ ਕਰਨਾ, ਜੇ ਕੋਈ ਟ੍ਰੇਡ ਕੋਰਸ ਦੇ ਵਿੱਚ ਕਰ ਰਹੇ ਹੋ, ਤੁਹਾਨੂੰ ਉਹ ਕੋਰਸ ਨੂੰ ਸਿਲੈਕਟ ਕਰਨਾ ਜੇ ਤੁਸੀਂ TRO ਦੀ ਅਪਲਾਈ ਕਰਨੀ ਹੈ ਤਾਂ 92 ਵੀਕਸ ਰਜਿਸਟਰਡ ਹੋਵੇ ਜੀ। 92 ਹਫ਼ਤੇ। ਤੇ ਉਹ ਤੁਸੀਂ ਆਪਣੇ ਕਿਰਾਏ ਕੋਰਸ ਤੇ ਜਾ ਕੇ ਚੈੱਕ ਕਰ ਸਕਦੇ। ਮੈਂ ਲਾਸਟ ਵਾਲੀ ਵੀਡੀਓ ਦੱਸਿਆ ਸੀ ਕਿ ਕਿਰਾਏ ਕੋਰਸ ਤੇ ਕਿਵੇਂ ਆਪਾਂ ਚੈੱਕ ਕਰਨਾ ਹੈ। ਤੇ ਜਦੋਂ ਤੁਹਾਡੇ 92 ਵੀ ਰਜਿਸਟਰਡ ਹੈਗਾ ਤਾਂ ਤੁਸੀਂ ਇਹਦੇ ਵਿੱਚ ਕੀ ਆਉਂਦਾ, ਕੁਕਰੀ ਕੋਰਸ ਦੇ ਵਿੱਚ ਕਈ ਸਟੂਡੈਂਟ ਕਹਿੰਦੇ ਸਰ ਮੈਨੂੰ SERT 3, 4 ਤੇ ਡਿਪਲੋਮਾ, ਮੈਨੂੰ ਤਿੰਨੇ ਚੀਜ਼ਾਂ ਕਰਨੀ ਚਾਹੀਦੀਆਂ ਨੇ, ਸਿਰਫ ਇਕੱਲਾ SERT 3 ਕਰਨਾ ਚਾਹੀਦਾ, SERT 4 ਕਰਕੇ ਕੰਮ ਹੋ ਜਾਊਗਾ, ਕਿਵੇਂ ਹੋਊਗਾ। ਜੇ ਤੁਸੀਂ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਜਿਨ੍ਹਾਂ ਦਾ ਰਜਿਸਟਰਡ ਕੁਕਰੀ ਦੇ ਵਿੱਚ 104 ਵੀਕ SERT 3, 4 ਤੇ ਡਿਪਲੋਮੇ ਦੇ ਨਾਲ ਬਣਦਾ ਹੈ। ਜੇ SERT 3 ਤੇ 4 ਦੇ ਨਾਲ 92 ਵੀ ਨਹੀਂ ਬਣਦਾ ਤਾਂ ਤੁਹਾਨੂੰ ਡਿਪਲੋਮਾ ਨਾਲ ਕਰਨਾ ਪਏਗਾ। ਜੇ ਤੁਹਾਨੂੰ ਕੁਝ ਕਾਲਜ ਹੈਗੇ ਨੇ, ਸਿਟੀ ਵਿੱਚ ਵੀ ਹੈਗੇ ਨੇ ਤੇ ਸਿਟੀ ਤੋਂ ਬਾਹਰ ਵੀ ਨੇ, ਜਿਹੜੇ SERT 3 ਤੇ 4 92 ਵੀਕ ਰਜਿਸਟਰਡ ਨੇ। ਉਹਨਾਂ ਵਿੱਚ ਕੁਝ ਕੁ ਮੈਂ ਐਗਜ਼ਾਮਪਲ ਦੇਣਾ, VCA ਕਾਲਜ ਹੈਗਾ ਸਿਟੀ ਵਿੱਚ, ਤੇ ਐਵਰੈਸਟ ਕਾਲਜ ਲੇਲਰ ਦੇ ਵਿੱਚ ਹੈਗਾ, ਉਹਨਾਂ ਦਾ SERT 3 ਤੇ 4 ਨਾਲ ਹੋ ਜਾਂਦਾ। ਇਹ ਐਸਟਨ ਦਾ ਕਾਲਜ ਦਾ ਵੀ ਹੋ ਜਾਂਦਾ। ਤਾਂ ਕਾਫੀ ਹੋਰ ਵੀ ਕਾਲਜ ਨੇ ਤੇ ਮੈਂ ਕੁਝ ਕੀ ਗਿਣਾਏ ਨੇ। ਤਾਂ ਜੇ ਇਹਨਾਂ ਕਾਲਜ ਦੇ ਵਿੱਚ ਆਪਾਂ ਇਹ ਜਾਂਦੇ ਹਾਂ ਤਾਂ ਆਪਾਂ ਨੂੰ ਡਿਪਲੋਮਾ ਕਰਨ ਦੀ ਲੋੜ ਨਹੀਂ ਪੈਂਦੀ। ਜੇ ਤੁਹਾਡੀ ਮਰਜ਼ੀ ਤਾਂ ਕਰ ਸਕਦੇ ਹੋ, ਪਰ ਤੁਹਾਡੀ ਉਸ ਤੋਂ ਬਿਨਾਂ ਤੁਸੀਂ TR ਪਾ ਸਕਦੇ ਹੋ ਆਪਣੀ, ਜੇ ਪਾਉਣਾ ਚਾਹੋ ਜੀ। ਥੈਂਕ ਯੂ ਅਰੁਣ ਜੀ। ਤੇ ਜਿਵੇਂ ਤੁਸੀਂ ਅਰੁਣ ਜੀ ਨੂੰ ਸੁਣਿਆ, ਉਹਨਾਂ ਨੇ ਦੱਸਿਆ ਕਿ ਕਿਵੇਂ ਤੁਸੀਂ ਜਿਹੜੇ ਟ੍ਰੇਡ ਕੋਰਸ ਹੈ ਉਹਨਾਂ ਨੂੰ ਚੂਜ਼ ਕਰ ਸਕਦੇ ਹੋ, ਉਹਨਾਂ ਦੇ ਕੀ ਬੈਨੀਫਿਟਸ ਨੇ, ਫੀਸ ਸਟਰਕਚਰ ਕੀ ਨੇ, ਤੇ ਕਿਵੇਂ ਜਿਹੜਾ ਤੁਸੀਂ ਉਹਦੀ ਜਿਹੜੀ ਕੋਰਸ ਦੀ ਡਿਊਰੇਸ਼ਨ ਤੇ ਜਿਹੜੀ ਲੋਕੇਸ਼ਨ ਉਹ ਤੁਸੀਂ ਚੈੱਕ ਕਰ ਸਕਦੇ ਹੋ।
ਤੇ ਥੈਂਕ ਯੂ, ਧੰਨਵਾਦ ਬਹੁਤ ਬਹੁਤ ਅਰੁਣ ਜੀ ਤੁਹਾਡਾ। ਤੇ ਸਾਡੀ ਆਡੀਅנס ਦੇ ਵੀ ਜਦੋਂ ਅਸੀਂ ਕਮੈਂਟ ਥੋੜੇ ਜਿਹੇ ਲੈ ਲਈਏ, ਕਿਉਂਕਿ ਕਈ ਆਡੀਅנס ਜਿਹੜੇ ਨਾ ਇਸ ਗੱਲ ਤੋਂ ਨਾਰਾਜ਼ ਰਹਿੰਦੇ ਨੇ, ਕਿਉਂਕਿ ਮੈਸੇजेस ਵੀ ਆਉਂਦੇ ਨੇ ਕਿ ਕਈ ਉਹਨਾਂ ਦੇ ਜਿਹੜੇ ਸਵਾਲ ਹੈ ਜਿੱਦਾਂ ਪ੍ਰੋਗਰਾਮ ਦੇ ਥਰੂ ਆਊਟ ਅਸੀਂ ਜਿਹੜੇ ਉਹਨਾਂ ਨੂੰ ਨਹੀਂ ਦਿੰਦੇ, ਤੇ ਉਹਦੇ ਵਾਸਤੇ ਮਾਫੀ ਹੈ ਜੀ। ਜੇ ਕੋਈ ਸਵਾਲ ਤੁਹਾਡਾ ਰਹਿ ਜਾਂਦਾ ਹੈ, ਕਿਉਂਕਿ ਸਾਡੇ ਕੋਲ ਇੱਕ ਲਿਮਿਟਿਡ ਟਾਈਮ ਹੁੰਦਾ ਹੈ ਕਿ ਅਸੀਂ ਜਿਹੜੇ ਆਪਣੇ ਆਡੀਅנס ਦੇ ਟੌਪਿਕ ਦੀ ਡਿਸਕਸ਼ਨ ਦੇ ਨਾਲ ਨਾਲ ਆਡੀਅנס ਦੇ ਸਵਾਲਾਂ ਨੂੰ ਵੀ ਜਿਹੜੇ ਜਵਾਬ ਜਿਹੜੇ ਅਸੀਂ ਦੇ ਸਕੀਏ। ਪਰ ਡੋਂਟ ਵਰੀ, ਜੇ ਕੋਈ ਸਵਾਲ ਤੁਹਾਡਾ ਰਹਿ ਗਿਆ ਹੈ ਉਹਦਾ ਜਵਾਬ ਬਾਂਸਲ ਇਮੀਗ੍ਰੇਸ਼ਨ ਵੱਲੋਂ ਤੁਹਾਨੂੰ ਦੇ ਦਿੱਤਾ ਜਾਏਗਾ ਜੀ। ਤੇ ਸਵਾਲਾਂ ਵੱਲ ਚੱਲਦੇ ਹਾਂ ਜੀ, ਤੇ ਗੱਲਬਾਤ ਕਰਦੇ ਹਾਂ। ਤੇ ਸਵਾਲ ਸੁਖਬੀਰ ਕੱਕੜ ਜੀ ਜਿਹੜੇ ਕਹਿ ਰਹੇ ਨੇ, ਹੈਲੋ ਸਰ ਐਂਡ ਮੈਮ। ਥੈਂਕ ਯੂ ਸੁਖਬੀਰ ਜੀ। ਤੇ ਮੁਦਿਤ ਚਾਵਲਾ ਜੀ ਕਹਿ ਰਹੇ, ਹਾਈ ਸਵਾਤੀ ਮੈਮ, ਆਈ ਵਾਚ all of your programs and find them very helpful and convenient. Thank you Mudit ji, thank you so much. That's seriously a lovely feedback for us. ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹੋ ਤੇ ਪਲੀਜ਼ ਉਹਨੂੰ ਸ਼ੇਅਰ ਵੀ ਕਰਦੇ ਰਹੋ। ਥੈਂਕ ਯੂ ਸੋ ਮਚ। ਤੇ ਉਸ ਦੇ ਨਾਲ ਸੁਖਬੀਰ ਕੱਕੜ ਜੀ ਕਹਿ ਰਹੇ ਆ, ਸਰ ਆਈ ਵਾਂਟ ਟੂ ਡੂ IT in Lathrop, so any idea what is the fee structure? Thanks. ਇਹ ਸੁਖਬੀਰ ਜੀ ਇਜ਼ ਰਿਗਾਰਡਿੰਗ ਮੈਨੂੰ ਥੋੜਾ ਚੈੱਕ ਕਰਨਾ ਪਏਗਾ। ਤੁਸੀਂ ਮੈਨੂੰ ਫੋਨ ਕਰ ਲਿਓ, ਮੈਂ ਤੁਹਾਨੂੰ ਸਾਰੇ ਚੈੱਕ ਕਰਕੇ ਰਿਕੁਆਇਰਮੈਂਟਸ ਤੇ ਈਜ਼ੀ ਫੀ ਸਟਰਕਚਰ ਮੈਂ ਤੁਹਾਨੂੰ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂਗਾ। ਤੁਸੀਂ ਮੈਨੂੰ ਮੰਡੇ ਫੋਨ ਕਰ ਲਿਓ ਤੇ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਜਾਂ ਮੇਰੇ ਟਿਕਨਿੰਗ ਦੇ ਵਿੱਚ ਆ ਰਿਹਾ ਹੋਵੇਗਾ ਜੀ। ਸੁਖਬੀਰ ਜੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤਾਂ ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ ਨੰਬਰ, ਤੇ ਨੰਬਰ ਹੈ ਜੀ 0396021330। ਤੁਸੀਂ ਕਿਸੇ ਵਕਤ ਵੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਮੰਡੇ ਜਿੱਦਾਂ ਉਹਨਾਂ ਨੇ ਕਿਹਾ, ਤੁਸੀਂ ਉਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਆਪਣੇ ਜਿਹੜਾ ਵੀ ਟੌਪਿਕ ਜਾਂ ਕੋਰਸ ਆ ਉਹਦੇ ਰਿਲੇਟਿਡ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਹੋ। ਥੈਂਕ ਯੂ ਜੀ। ਤੇ ਅਗਲਾ ਸਵਾਲ ਹੈ ਜੀ ਇੰਦਰ ਕੱਕੜ ਦਾ ਜਿਹੜੇ ਕਹਿ ਰਹੇ ਨੇ, ਹਾਈ ਸਰ, I have done my graduation this year in English language and literature. Can I do the nursing course ਜੀ? ਕੱਕੜ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਆਇਲ ਸਕੋਰ ਕਿੰਨਾ, ਮੈਨੂੰ ਇਹ ਚੀਜ਼ ਦੇਖਣੀ ਆ। ਤੇ ਤੁਹਾਨੂੰ ਨਰਸਿੰਗ ਦਾ ਕਿਹੜਾ ਕੋਰਸ ਕਰਨਾ, ਤੁਹਾਨੂੰ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਹੋ, ਬੈਚਲਰ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਇਹ ਸਾਰੇ ਮੈਨੂੰ ਦੱਸ ਦਿਓ ਕਿ ਤੁਸੀਂ ਕਿਹੜੀ ਤੁਹਾਡੀ ਪ੍ਰੈਫਰੈਂਸ ਕੀ ਆ ਤੇ ਤੁਹਾਡੀ ਬੈਕਗ੍ਰਾਉਂਡ ਤੁਹਾਡੀ ਐਜੂਕੇਸ਼ਨ ਦੇ ਕੀ ਆ, ਤਾਂ ਦੈਨ ਆਈ ਵਿਲ ਟੈਲ ਯੂ ਇਨ ਅ ਬੈਟਰ ਵੇ ਜੀ। ਥੈਂਕ ਯੂ ਜੀ। ਤੇ ਨੈਕਸਟ ਜੀ ਸੁਰੇਸ਼ ਪਾਂਸਲ ਜੀ ਕਹਿ ਰਹੇ ਨੇ ਕਿ ਗੁੱਡ ਇਨਫੋਰਮੇਸ਼ਨ। ਥੈਂਕ ਯੂ ਸੁਰੇਸ਼ ਜੀ। ਤੇ ਕੁਲਦੀਪ ਸਿੰਘ ਜੀ ਕਹਿ ਰਹੇ, ਵਿਚ ਕਾਲਜ ਇਜ਼ ਬੈਸਟ ਹਸਪਿਟੈਲਿਟੀ ਕੋਰਸ? ਥੈਂਕਸ। ਇਸ ਦੇ ਰਿਗਾਰਡਿੰਗ ਸਾਰੇ ਕਾਲਜ ਹੀ ਚੰਗੇ ਨੇ, ਪਰ ਮੈਂ ਫਿਰ ਕਹਾਂਗਾ ਤੁਸੀਂ ਆਪਣਾ ਇਹ ਕਾਲਜ ਦੀ ਲੋਕੇਸ਼ਨ ਚੈੱਕ ਕਰੋ ਤੇ ਕਾਲਜ ਦਾ ਫੀਡਬੈਕ ਚੈੱਕ ਕਰੋ ਕਿ ਸਟੂਡੈਂਟ ਦੇ ਵਿੱਚੋਂ ਕਿ ਕਿਹੜੇ ਕਾਲਜ ਦਾ ਚੰਗਾ ਫੀਡਬੈਕ ਹੈ ਤੇ ਚੰਗੀ ਕੁਆਲਿਟੀ ਆਫ ਐਜੂਕੇਸ਼ਨ ਦੇ ਆ ਪ੍ਰੋਵਾਈਡਿੰਗ। ਬਟ ਹਸਪਿਟੈਲਿਟੀ ਦੇ ਵਿੱਚ ਕਾਫੀ ਕਾਲਜਿਸ ਨੇ, ਨੰਬਰ ਆਫ ਕਾਲਜਿਸ ਜੋ ਸਿਟੀ ਦੇ ਵਿੱਚ ਵੀ ਨੇ ਤੇ ਸਿਟੀ ਤੋਂ ਬਾਹਰ ਵੀ ਨੇ ਜੀ। ਤਾਂ ਤੁਸੀਂ ਮੈਨੂੰ ਫੋਨ ਕਰਿਓ, ਦੈਨ ਆਈ ਵਿਲ ਟੈਲ ਯੂ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਤਾਂ ਉਸ ਦੇ ਮੁਤਾਬਕ ਤੁਹਾਨੂੰ ਮੈਂ ਕਾਲਜ ਆਪਸ਼ਨ ਦੱਸ ਦਾਂਗਾ, ਤੁਸੀਂ ਉੱਥੇ ਐਡਮਿਸ਼ਨ ਲੈ ਸਕਦੇ ਹੋ ਜੀ। ਦੀਪਿੰਦਰ ਜੈਨ ਜੀ ਕਹਿ ਰਹੇ ਨੇ, ਵੈਰੀ ਗੁੱਡ ਐਫਰਟਸ ਫॉर ਪ੍ਰੋਵਾਈਡਿੰਗ ਵੈਲਿਊਏਬਲ ਇਨਫੋਰਮੇਸ਼ਨ। ਥੈਂਕ ਯੂ ਦੀਪਿੰਦਰ ਜੀ, ਸੱਚ ਆ ਜਿਹੜੇ ਗ੍ਰੇਟ ਕਮੈਂਟ ਵਾਸਤੇ ਤੇ ਫੀਡਬੈਕ ਵਾਸਤੇ ਵੀ। ਤੇ ਹਰਪ੍ਰੀਤ ਸਿੰਘ, ਹੈਲੋ ਅਰੁਣ ਜੀ, ਆਈ ਹੈਵ ਕੰਪਲੀਟਡ ਮਾਈ ਇਲੈਕਟ੍ਰੀਸ਼ੀਅਨ ਡਿਪਲੋਮਾ ਇਨ IT, ਸੋ ਆਈ ਕੈਨ ਅਪਲਾਈ ਸਟੱਡੀ ਵੀਜ਼ਾ, ਵਿਚ ਕੋਰਸ ਇਜ਼ ਅਵੇਲੇਬਲ ਫॉर ਮੀ? ਹਰਪ੍ਰੀਤ ਜੀ, ਸਭ ਤੋਂ ਪਹਿਲੀ ਗੱਲ, ਤੁਸੀਂ ਇਸ ਟਾਈਮ ਇਹ ਸਟੂਡੈਂਟ ਵੀਜ਼ੇ ਤੇ ਹੋ ਜਾਂ TR ਤੇ ਹੋ, ਇੱਕ ਤਾਂ ਇਹ ਚੀਜ਼ ਦੱਸ ਦਿਓ। ਸੈਕਿੰਡ ਜੀ, ਜੇ ਤੁਸੀਂ ਸਟੂਡੈਂਟ ਵੀਜ਼ਾ ਪਾ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਰੋਕ ਨਹੀਂ ਹੈਗੀ, ਬਟ ਤੁਹਾਨੂੰ ਜੇ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਰਹੇ ਹੋ ਤੇ ਤੁਹਾਡਾ ਪ੍ਰੈਫਰਡ ਕੋਰਸ ਕਿਹੜਾ, ਉਹ ਦੇਖ ਕੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਥੈਂਕ ਯੂ ਜੀ। ਤਾਨੀਆ ਠਾਕੁਰ ਜੀ ਪੁੱਛ ਰਹੇ ਨੇ ਕਿ ਸਰ ਪਲੀਜ਼ ਟੈਲ ਮੀ ਦੈਟ ਵੈਦਰ ਆਈ ਸ਼ੁਡ ਟੇਕ ਅਕਾਊਂਟਿੰਗ ਔਰ ਐਨੀ ਅਦਰ ਟ੍ਰੇਡ ਕੋਰਸ? ਤਾਨੀਆ ਜੀ, ਤੁਸੀਂ ਇਹ ਅਕਾਊਂਟਿੰਗ ਕੋਰਸ ਕਰ ਰਹੇ ਹੋ ਤਾਂ ਚੰਗੀ ਗੱਲ ਹੈ, ਕਿਉਂਕਿ ਅਕਾਊਂਟਿੰਗ ਪ੍ਰੋਫੈਸ਼ਨਲ ਇਹ ਕੋਰਸ ਹੈ ਤਾਂ ਚੰਗਾ ਕੋਰਸ ਹੈ। ਤੁਸੀਂ ਨਾਲ ਜੇ ਟ੍ਰੇਡ ਕੋਰਸ ਕਰਦੇ ਹੋ ਤਾਂ ਤੁਹਾਡੇ ਇਹ ਚੰਗੇ ਚਾਂਸ ਨੇ ਕੱਲ੍ਹ ਨੂੰ ਤੁਹਾਡੇ ਫਿਊਚਰ ਵਾਸਤੇ। ਟ੍ਰੇਡ ਕੋਰਸ ਦੇ ਵੀ ਤੁਸੀਂ ਕੁਕਰੀ, ਆਟੋਮੋਟਿਵ, ਪੇਂਟਿੰਗ ਕੋਈ ਵੀ ਕੋਰਸ ਕਰ ਸਕਦੇ ਹੋ ਤੁਹਾਡੇ ਇੰਟਰਸਟ ਦੇ ਮੁਤਾਬਿਕ। ਤੇ ਕਿਉਂਕਿ ਟ੍ਰੇਡ ਕੋਰਸ ਦੇ ਮੋਸਟਲੀ ਇਹ ਕਾਲਜ ਦੇ ਵਿੱਚ ਵੀਕਐਂਡ ਕਲਾਸਾਂ ਹੁੰਦੀਆਂ ਨੇ ਤਾਂ ਤੁਸੀਂ ਮੈਨੇਜ ਵੀ ਕਰ ਸਕਦੇ ਹੋ, ਤਾਂ ਮੈਂ ਰਿਕਮੈਂਡ ਕਰਾਂ ਕਿ ਦੋਨੇ ਕੋਰਸ ਇਕੱਠੇ ਕਰ ਲਓ ਤਾਂ ਵਧੀਆ ਰਹੋ। ਚੱਲਦੇ ਜੀ ਅਗਲੇ ਸਵਾਲ ਵੱਲ। ਜੋਤੀ ਭਾਟੀਆ ਜੀ ਪੁੱਛ ਰਹੇ ਨੇ, ਹਾਈ ਸਵਾਤੀ ਮੈਮ, ਵਿਚ ਕੋਰਸ ਆਈ ਨੀਡ ਟੂ ਚੂਜ਼ ਸੋ ਦੈਟ ਆਈ ਕੈਨ ਅਪਲਾਈ ਫॉर PR? ਸੌਰੀ, ਮੈਂ ਇਹ PR ਪਰਸਪੈਕਟਿਵਲੀ ਤੁਸੀਂ ਸਾਡੇ ਮਾਈਗ੍ਰੇਸ਼ਨ ਏਜੰਟ ਅਜੇ ਬਾਂਸਲ ਜੀ ਨੂੰ ਕੰਟੈਕਟ ਕਰ ਸਕਦੇ ਹੋ, ਤਾਂ ਤੁਸੀਂ ਮੰਡੇ ਫੋਨ ਕਰ ਲਿਓ ਤਾਂ ਉਹ ਤੁਹਾਨੂੰ ਚੰਗੇ ਤਰੀਕੇ ਤੇ ਵਧੀਆ ਤਰੀਕੇ ਤੁਹਾਨੂੰ ਗਾਈਡ ਕਰਨਗੇ। ਸਿਰਫ ਐਜੂਕੇਸ਼ਨਲੀ ਯੂ ਕੈਨ ਕਾਲ ਮੀ ਐਟ ਐਨੀ ਟਾਈਮ, ਮੈਂ ਤੁਹਾਡੀ ਹਮੇਸ਼ਾ ਹੈਲਪ ਕਰਾਂਗਾ ਜੀ। ਜੋਤੀ ਜੀ, ਜਿਵੇਂ ਅਰੁਣ ਜੀ ਨੇ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਐਜੂਕੇਸ਼ਨ ਰਿਲੇਟਿਡ ਹੈ। ਤੁਹਾਨੂੰ ਕੋਈ ਵੀ ਕੰਸਰਨ ਹੈ ਇਸ ਟੌਪਿਕ ਦੇ ਰਿਲੇਟਿਡ ਤੇ ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਹਾਂਜੀ, ਐਜ਼ PR ਤੁਸੀਂ ਸਾਡੇ ਮਾਈਗ੍ਰੇਸ਼ਨ ਏਜੰਟ ਜਿਹੜੇ ਅਜੇ ਬਾਂਸਲ ਜੀ ਆ, ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਜੀ। ਥੈਂਕ ਯੂ ਜੀ।
ਤੇ ਅਗਲਾ ਸਵਾਲ ਹੈ ਜੀ ਪ੍ਰਦੀਪ ਜੀ ਦਾ, ਜਿਹੜੇ ਕਹਿ ਰਹੇ ਹੈਲੋ ਅਰੁਣ ਸਰ। ਐਂਡ ਉਸ ਤੋਂ ਬਾਅਦ ਸੋਧ ਖਾਨ ਜੀ ਜਿਹੜੇ ਕਹਿ ਰਹੇ ਆਈ ਐਮ ਕਰੰਟਲੀ ਅ PhD ਸਟੂਡੈਂਟ ਐਟ ANU। My question is, what are the chances of receiving an invite for a subclass 858 talent distinguished visa on a master by research degree? ਅਗੇਨ ਸੌਰੀ ਸਰ, ਕਿਉਂਕਿ ਮੈਂ ਤੁਹਾਨੂੰ ਤੁਹਾਡੇ ਇਨਵੀਟੇਸ਼ਨ ਦੇ ਰਿਗਾਰਡਿੰਗ ਮੈਂ ਤੁਹਾਨੂੰ ਐਡਵਾਈਸ ਨਹੀਂ ਕਰ ਸਕਦਾ। ਤਾਂ ਸਾਡੇ ਜਿਹੜੇ ਮਾਈਗ੍ਰੇਸ਼ਨ ਏਜੰਟ ਨੇ ਅਜੇ ਬਾਂਸਲ, ਤੁਸੀਂ ਉਹਨਾਂ ਨੂੰ ਤੁਹਾਨੂੰ ਕੰਟੈਕਟ ਕਰਨਾ ਪੈਣਾ ਤੇ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਗੇ। ਤੁਸੀਂ ਮੰਡੇ ਉਹਨਾਂ ਨੂੰ ਫੋਨ ਕਰ ਲਿਓ। ਰਿਕਵੈਸਟ। ਥੈਂਕ ਯੂ ਸੋਧ ਖਾਨ ਜੀ। ਤੇ ਨੈਕਸਟ ਕੁਐਸਚਨ ਹੈ ਜੀ ਨਰਿੰਦਰ ਸਿੰਘ ਜੀ ਦਾ, ਜਿਹੜੇ ਕਹਿ ਰਹੇ ਨੇ ਗੁੱਡ ਆਫਟਰਨੂਨ ਬਾਂਸਲ ਸਰ। Thank you, Narinder ji. And Narinder Singh ji also saying, hello sir, can I change my course after getting admission? ਹਾਂਜੀ ਸਰ, ਤੁਸੀਂ ਹਮੇਸ਼ਾ ਚੇਂਜ ਕਰ ਸਕਦੇ ਹੋ ਜਦੋਂ ਤੁਹਾਨੂੰ ਐਡਮਿਸ਼ਨ ਲੈਣ ਤੋਂ ਬਾਅਦ ਵੀ, ਕਿਉਂਕਿ ਇਹ ਥੋੜਾ ਚੇਂਜ ਆਫ ਇੰਟਰਸਟ ਹੋ ਗਿਆ, ਜਾਂ ਤੁਹਾਨੂੰ ਕਾਲਜ ਪਸੰਦ ਨਹੀਂ ਆਇਆ, ਜਾਂ ਤੁਹਾਡਾ ਫਿਊਚਰ ਪਰਸਪੈਕਟਿਵ ਚੇਂਜ ਹੋ ਗਿਆ, ਤਾਂ ਤੁਸੀਂ ਆਪਣਾ ਕੋਰਸ ਚੇਂਜ ਕਰ ਸਕਦੇ ਹੋ। ਤਾਂ ਇਹਦੇ ਵਿੱਚ ਕੋਈ ਉਹ ਨਹੀਂ, ਇਹ ਤੁਸੀਂ ਰਿਲੀਜ਼ ਅਪਲਾਈ ਕਰ ਲਓ, ਜਾਂ ਫਿਰ ਜਦੋਂ ਤੁਸੀਂ ਤੁਹਾਨੂੰ ਪ੍ਰਿੰਸੀਪਲ ਕੋਰਸ ਦੇ ਵਿੱਚ ਤੁਹਾਨੂੰ 6 ਮੰਥ ਪੂਰੇ ਹੋ ਗਏ ਤਾਂ ਤੁਸੀਂ ਬਿਨਾਂ ਰਿਲੀਜ਼ ਤੋਂ ਵੀ ਜਾ ਸਕਦੇ ਹੋ। ਜੀ ਥੈਂਕ ਯੂ। ਐਂਡ ਦ ਨੈਕਸਟ ਕੁਐਸਚਨ ਇਜ਼ ਰਮਨਵੀਕ ਐਂਡ ਹੀ ਸੇਇੰਗ ਗੁੱਡ ਵਨ ਅਰੁਣ ਬਾਂਸਲ ਜੀ। ਥੈਂਕ ਯੂ ਰਮਨਵੀਕ ਜੀ। ਤੇ ਇਹ ਸੀ ਜੇ ਸਾਡੇ ਸਵਾਲ। ਇਸ ਤੋਂ ਨਾਲ ਅਸੀਂ ਹੋਰ ਵੀ ਸਵਾਲ ਜਿਹੜੇ ਸਾਡੇ ਆਡੀਅנס ਵੱਲੋਂ ਆ ਰਹੇ ਨੇ, ਤੇ ਕਿਉਂ ਨਾ ਅਸੀਂ ਵਿੱਚ ਥੋੜੀ ਜੀ ਗੱਲਬਾਤ ਕਰੀਏ ਕਿ ਕਿਹੜੇ ਜਿਹੜੇ ਕਾਲਜ ਔਰ ਯੂਨੀਵਰਸਿਟੀ ਨੇ ਜਿਹੜੇ ਸਟੂਡੈਂਟਸ ਨੂੰ ਸਕਾਲਰਸ਼ਿਪ ਜਿਹੜੀ ਆ ਪ੍ਰੋਵਾਈਡ ਕਰ ਰਹੇ ਆ, ਤੇ ਜਿਹੜੀ ਸਕਾਲਰਸ਼ਿਪ ਨੇ ਉਹਦਾ ਕੀ ਬੈਨੀਫਿਟਸ ਨੇ ਸਟੂਡੈਂਟਸ ਦੇ ਲਈ ਫਿਊਚਰ ਦੇ ਵਿੱਚ। ਕਾਂ ਜੀ ਇਹ ਅੱਜ ਕੱਲ੍ਹ ਕੋਵਿਡ ਦੇ ਕਰਕੇ, ਅਦਰਵਾਈਜ਼ ਵੀ ਜੇ ਕਿਸੇ ਸਟੂਡੈਂਟ ਦਾ ਚੰਗਾ ਐਜੂਕੇਸ਼ਨ ਬੈਕਗ੍ਰਾਉਂਡ ਸੀ ਜਾਂ ਹੈਗਾ, ਤਾਂ ਉਹਨੂੰ ਪਹਿਲਾਂ ਵੀ ਸਕਾਲਰਸ਼ਿਪ ਕਾਫੀ 10-15% ਈਜ਼ਲੀ ਦੇ ਰਹੇ ਸੀਗੇ। ਪਰ ਕੋਵਿਡ-19 ਕਰਕੇ ਅੱਜ ਕੱਲ੍ਹ ਕਾਫੀ ਯੂਨੀਵਰਸਿਟੀ ਤੇ ਪ੍ਰਾਈਵੇਟ ਕਾਲਜ ਵੀ ਆਪਣੀ ਫੀਸ ਸਟਰਕਚਰ ਦੇ ਵਿੱਚ ਰਿਡਕਸ਼ਨ ਕੀਤੀ ਆ, ਤੇ ਕਈ ਕਾਲਜ ਨੇ ਸਕਾਲਰਸ਼ਿਪ 30% ਤੱਕ ਕਰ ਦਿੱਤੀਆਂ, ਜਿਨ੍ਹਾਂ ਵਿੱਚ ਮੈਂ ਇੱਕ ਐਗਜ਼ਾਮਪਲ ਲੈਣਾ, ATMC ਕਾਲਜ ਨੇ 30% ਤੱਕ ਦੇ ਰਹੇ ਨੇ, ਤੇ ਇਸ ਤੋਂ ਇਲਾਵਾ ਸਦਰ ਕ੍ਰਾਸ 25% ਇਹ ਸਕਾਲਰਸ਼ਿਪ ਦੇ ਰਹੀ ਆ। ਪਰ ਡਿਪੈਂਡ ਤੁਹਾਡੀ ਐਜੂਕੇਸ਼ਨ ਬੈਕਗ੍ਰਾਉਂਡ ਤੇ ਤੁਹਾਡੀ ਪ੍ਰੋਫਾਈਲ, ਕਿ ਤੁਸੀਂ ਪਹਿਲਾਂ ਤੁਹਾਨੂੰ ਕੀ ਉਰੇ ਔਨਸ਼ੋਰ ਆ ਕੇ ਕੀ ਕੀਤਾ। ਤੇ ਇਸ ਦੇ ਨਾਲ ਕਈ ਪ੍ਰਾਈਵੇਟ ਕਾਲਜਿਸ, ਜੇ ਕੋਈ ਟ੍ਰੇਡ ਕੋਰਸ ਦੇ ਵਿੱਚ ਵੀ ਜਾਂਦੇ ਹੋ ਤਾਂ ਉਹਦੇ ਵਿੱਚ ਵੀ ਕਾਫੀ ਇਹ ਕਾਲਜਿਸ ਨੇ ਆਪਣੀ ਫੀਸ ਘਟਾਈਆਂ ਨੇ। ਤਾਂ ਤੁਸੀਂ ਯਾਨੀ ਕਿ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੈਗਾ ਅੱਜ ਕੱਲ੍ਹ ਕੋਵਿਡ ਕਰਕੇ। ਇਸ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਟੂਡੈਂਟਸ ਦਾ, ਕਿ ਸਟੂਡੈਂਟ ਨੂੰ ਕਿਸ ਤਰੀਕੇ ਨਾਲ ਅਸੀਂ ਇਹ ਹੈਲਪ ਕਰ ਸਕੀਏ। ਜੀ ਬਿਲਕੁਲ ਜੀ। ਜੀ ਇਹ ਤੁਸੀਂ ਸੁਣਿਆ ਸਾਡੇ ਐਕਸਪਰਟਸ ਤੋਂ ਕਿ ਕਿਵੇਂ ਤੁਸੀਂ ਜਿਹੜੇ ਆ ਆਪਣਾ ਕੋਰਸ ਜਾਂ ਆਪਣਾ ਜਿਹੜਾ ਯੂਨੀਵਰਸਿਟੀ ਜਾਂ ਜਿਹੜਾ ਕਾਲਜ ਹੈ ਤੁਸੀਂ ਚੇਂਜ ਕਰ ਸਕਦੇ ਹੋ। ਸਮਾਂ ਹੈ ਜੀ ਇੱਕ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ, ਤੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਕੰਸਰਨ ਹੈ ਤੁਹਾਡੇ ਕੋਈ ਵੀ ਕੋਰਸ ਦੇ ਰਿਲੇਟਡ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ। ਪਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ, ਬ੍ਰੇਕ ਤੋਂ ਬਾਅਦ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਤੇ ਅੱਜ ਅਸੀਂ ਜਿੱਦਾਂ ਤੁਸੀਂ ਸੁਣਿਆ ਕਿ ਅਰੁਣ ਬਾਂਸਲ ਜੀ ਨੇ ਤੁਹਾਨੂੰ ਦੱਸਿਆ ਕਿ ਕਿਹੜੇ ਫੈਕਟਰ ਹੈ ਜਿਹੜੇ ਤੁਹਾਨੂੰ ਕੰਸੀਡਰ ਕਰਨੇ ਪੈਂਦੇ ਆ ਆਪਣਾ ਕੋਰਸ ਜਿਹੜਾ ਚੇਂਜ ਕਰਨ ਵਾਸਤੇ, ਤੇ ਨਾਲ ਤੁਹਾਡੀ ਇੰਸਟੀਟਿਊਸ਼ਨਸ ਤੇ ਜਿਹੜਾ ਕਾਲਜ ਹੈ ਉਹਨੂੰ ਚੇਂਜ ਕਰਨ ਵਾਸਤੇ। ਤੇ ਹਾਂਜੀ ਅਰੁਣ ਜੀ, ਜਿਵੇਂ ਅਸੀਂ ਗੱਲਬਾਤ ਕੀਤੀ ਕਿ ਕਿਹੜੇ ਕਾਲਜ ਜਿਹੜੇ ਸੀਗੇ ਬੈਸਟ ਸੀਗੇ ਸਟੂਡੈਂਟਸ ਦੇ ਲਈ, ਕਿ ਕਿਹੜੇ ਜਿਹੜੇ ਉਹ ਕੋਰਸ ਜਿਹੜੇ ਉਹ ਚੇਂਜ ਕਰ ਸਕਦੇ ਆ, ਤੇ ਇਸ ਤੋਂ ਇਲਾਵਾ ਟ੍ਰੇਡ ਤੋਂ ਇਲਾਵਾ ਕਿਹੜੇ ਕੋਰਸ ਨੇ ਉਹ ਜੇ ਚੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਜੀ। ਇਹ ਟ੍ਰੇਡ ਕੋਰਸ ਦੇ ਵਿੱਚ ਇਸ ਤੋਂ ਜੇ ਆਪਾਂ ਕਿ ਕੁੱਕਰੀ, ਆਟੋਮੋਟਿਵ ਤੇ ਪੇਂਟਿੰਗ ਤੋਂ ਇਲਾਵਾ ਬੱਚਾ ਫੈਬਰੀਕੇਸ਼ਨ, ਵੈਲਡਿੰਗ ਕੋਰਸ ਇਹ ਜਿਹੜਾ ਹੁੰਦਾ, ਲੋਕ ਸਮਿਥ, ਤੇ ਇਸ ਤੋਂ ਇਲਾਵਾ ਇਹ ਅੱਜ ਕੱਲ੍ਹ ਜੋ ਕਾਫੀ ਜ਼ਿਆਦਾ ਸਟੂਡੈਂਟ ਸਾਨੂੰ ਪੁੱਛਦੇ ਨੇ ਕਿ ਭਾਈ ਡਿਪਲੋਮੇ ਦੇ ਵਿੱਚੋਂ ਤਾਂ ਐਡਵਾਂਸ ਡਿਪਲੋਮਾ ਟੈਲੀਕਮਿਊਨੀਕੇਸ਼ਨ ਨੈਟਵਰਕ ਇੰਜੀਨੀਅਰਿੰਗ ਜੀ ਕਾਫੀ ਜ਼ਿਆਦਾ ਇਹ ਬੱਚੇ ਪ੍ਰੈਫਰ ਕਰਦੇ ਨੇ ਕਿ ਇਹ ਕੋਰਸ ਕਰਨਾ ਕਿਸੇ ਕਰਨਾ ਚਾਹੁੰਦੇ, ਕਿਉਂਕਿ ਟ੍ਰੇਡ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਅਸੀਂ ਕਿਚਨ ਜਾਂ ਅਸੀਂ ਕਿਸੇ ਹੋਰ ਜਗ੍ਹਾ ਤੇ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ। ਜੀ ਬਿਲਕੁਲ। ਤੇ ਇਸ ਤੋਂ ਬਾਅਦ ਇਸ ਤੋਂ ਜੇ ਇਹਨਾਂ ਕੋਰਸ ਹਟ ਕੇ ਤਾਂ ਕਈ ਲੋਕ IT ਦੇ ਵਿੱਚ ਵੀ ਜਾਂਦੇ ਨੇ, ਅਕਾਊਂਟਿੰਗ ਦੇ ਵਿੱਚ ਵੀ ਜਾਂਦੇ ਨੇ, ਬੈਚਲਰ ਜਾਂ ਮਾਸਟਰ ਦੇ ਵਿੱਚ। ਜੀ ਤਾਂ ਜਿਹੜੇ ਕਈ ਕਾਫੀ ਕਾਲਜ ਨੇ ਮਾਸਟਰ ਦੇ ਵਿੱਚੋਂ ਹੈਗੇ ਨੇ, ਯਾਨੀ ਕਿ ਜਿਹੜੇ ਕਰ ਰਹੇ ਨੇ ਜੀ। ਇਹ ਤੇ ਤੁਸੀਂ ਗੱਲ ਕੀਤੀ ਸੀ ਕਿ ਟ੍ਰੇਡ ਤੋਂ ਇਲਾਵਾ ਕਿਹੜੇ ਕੋਰਸ ਨੇ ਜਿਹੜੇ ਤੇ ਸਟੂਡੈਂਟ ਜਿਹੜਾ ਚੂਜ਼ ਕਰ ਸਕਦੇ ਨੇ, ਤੇ ਕਿਹੜੇ ਕਾਲਜ ਵੀ ਨੇ ਜਿਹੜੇ ਤੁਸੀਂ ਦੱਸੋ ਕਿ ਬੈਸਟ ਨੇ ਨਰਸਿੰਗ ਦੇ ਲਈ ਜੀ। ਇਹ ਨਰਸਿੰਗ ਸਾਰੇ ਕਾਲਜ ਬੈਸਟ ਨੇ ਜੋ ਰਜਿਸਟਰਡ ਨੇ NMAC ਦੇ ਵਿੱਚ। ਤਾਂ ਨਰਸਿੰਗ ਦੀ ਕਾਫੀ ਵੱਡੀ ਲਿਸਟ ਆ ਕਿ ਤੁਸੀਂ ਡਿਪਲੋਮੇ ਦੇ ਵਿੱਚ ਨਰਸਿੰਗ ਦੇ ਵਿੱਚ ਪੁੱਛ ਰਹੇ ਹੋ, ਤੁਸੀਂ ਇਹ ਬੈਚਲਰ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਮਾਸਟਰ ਦੇ ਵਿੱਚ ਜਾਣਾ ਚਾਹੁੰਦੇ ਹੋ ਜੀ। ਤਾਂ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਜੇ ਮੈਂ ਆਵਾਂ ਮਾਸਟਰ ਦੇ ਵਿੱਚ, ਤਾਂ ਇਹਦੇ ਕੁਝ ਕੁ ਮੈਂ ਨਾਮ ਲੈ ਰਿਹਾ ਯੂਨੀਵਰਸਿਟੀ ਜਿਹੜੇ ਹੈਗੇ ਜਿਨ੍ਹਾਂ 'ਚ ਮਾਸਟਰ ਨਰਸਿੰਗ ਬੱਚਾ ਕਰ ਸਕਦਾ ਹੈ ਜੀ। ਉਹਦੀ ਰਿਕੁਆਇਰਮੈਂਟ ਹੈਗੀ ਆ 60% ਬੱਚੇ ਨੇ ਇਹ ਅੰਡਰ ਗ੍ਰੈਜੂਏਟ ਵਿੱਚ ਪਰਸੈਂਟੇਜ ਹੋਵੇ, ਤੇ ਉਹ ਮੋਨਾਸ਼ ਯੂਨੀਵਰਸਿਟੀ, ਯੂਨੀਵਰਸਿਟੀ ਮੈਲਬਨ,
ਕਰਟਿਨ ਯੂਨੀਵਰਸਿਟੀ, ECU, ਯੂਨੀਵਰਸਿਟੀ ਆਫ ਕੁਇਨਜ਼ਲੈਂਡ, ਯੂਨੀਵਰਸਿਟੀ ਸਿਡਨੀ ਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ ਜੀ ਬਟ ਇਹਦੇ ਵਿੱਚੋਂ ਕੁਝ ਕੁ ਦੀ 7 ਚ ਰਿਕੁਆਇਰਮੈਂਟ ਆ ਜੀ ਤੇ ਕਈ 6.5 ਤੇ ਹੋ ਜਾਂਦੀ ਹੈ ਪਰ ਡਿਪੈਂਡ ਕਰ ਇਹ ਮਾਸਟਰ ਵਾਸਤੇ 7 ਤੁਹਾਨੂੰ ਰਿਕੁਆਇਰਮੈਂਟ ਹੈਗੀ ਆ ਜੀ ਤੇ ਜਿਹੜੀ ਫੀਸ ਆ ਉਹ 33,000 ਤੋਂ ਲੈ ਕੇ 40,000 ਤੱਕ ਹੈਗੀ ਆ ਫॉर 1 ਸਾਲ ਦੀ ਜੀ ਤੇ ਇਹਨਾਂ ਲੋਕੇਸ਼ਨ ਮੈਲਬਨ ਤੇ ਹਰੇਕ ਸਿਡਨੀ ਪੂਰੇ ਆਸਟ੍ਰੇਲੀਆ ਦੇ ਵਿੱਚ ਹੈਗੀ ਆ। ਇਸ ਤੋਂ ਸੈਕਿੰਡ ਸਟੈਪ ਜੇ ਬੱਚਾ ਬੈਚਲਰ ਨਰਸਿੰਗ ਦੇ ਵਿੱਚ ਜਾਣਾ ਚਾਹੁੰਦਾ ਹੈ ਜੀ ਤਾਂ ਉਹਦੇ ਵਾਸਤੇ 7 ਚ ਰਿਕੁਆਇਰਮੈਂਟ ਫਿਰ ਤੇ ਇਨਟੇਕ ਫੈਬ ਜੁਲਾਈ ਇਹ ਫੈਬ ਮਾਰਚ ਵੀ ਕਈਆਂ ਕੁਝ ਕੋਲ ਹੈਗੀਆਂ ਨੇ ਤੇ ਇਹ ਇਨਟੇਕ ਨੇ ਜੀ ਤੇ ਇਹਨਾਂ ਵਿੱਚ ਲਿਸਟ ACU, ਥਿੰਕ ਐਜੂਕੇਸ਼ਨ, ਵਿਕਟੋਰੀਆ ਯੂਨੀਵਰਸਿਟੀ, ECU, ਹੋਮਸ ਗਲੈਨ, ਫੈਡਰੇਸ਼ਨ, ਡੀਕਨ, ਇਹ ਕੁਝ ਯੂਨੀਵਰਸਿਟੀਆਂ ਨੇ ਜਿਹਦੇ ਵਿੱਚ ਫੈਬ ਇਨਟੇਕ ਹੈਗੇ ਨੇ ਤੇ ਉਹਦੇ ਇੱਥੇ ਤੁਸੀਂ ਉੱਥੇ ਐਡਮਿਸ਼ਨ ਲੈ ਸਕਦੇ ਹੋ ਬੈਚਲਰ ਨਰਸਿੰਗ ਵਾਸਤੇ। ਜੀ ਇਸ ਤੋਂ ਬਾਅਦ ਇਹ ਜੇ ਆਪਾਂ ਜਾਈ ਡਿਪਲੋਮਾ ਨਰਸਿੰਗ ਤੇ ਤਾਂ ਮੈਂ ਕੁਝ ਦੇ ਨਾਮ ਲੈ ਰਿਹਾ। ਇਹ ਐਕਨੋਲੋਜੀ ਐਜੂਕੇਸ਼ਨ ਜੀ ਉਹਦੇ ਵਿੱਚ ਇਨਟੇਕ ਜੁਲਾਈ ਸਤੰਬਰ ਤੇ ਜਿਨ੍ਹਾਂ ਦੀ ਫੀਸ 16 ਤੋਂ 17,000 ਦੇ ਵਿੱਚ। ਹੋਮਸ ਗਲੈਨ ਤੇ ਥਿੰਕ ਤੇ ACFE, RMIT ਇਹਨਾਂ ਵਿੱਚ ਹੈਗੇ ਨੇ ਇਨਟੇਕਸ ਤੇ ਡਿਪਲੋਮਾ ਨਰਸਿੰਗ ਬੱਚਾ ਕਰ ਸਕਦਾ ਪਰ 7 ਤੁਹਾਡੀ ਸਟੱਡੀ ਹੋਣੀ ਚਾਹੀਦੀ ਕਿ ਤੁਹਾਡੇ ਆਇਲ ਦੇ ਵਿੱਚੋਂ 7 ਹੋਣੀ ਚਾਹੀਦੀ ਆਇਲ ਜਾਂ PT ਦੇ ਵਿੱਚੋਂ ਜੀ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਹੋ ਤਾਂ ਕਿ ਤੁਸੀਂ ਨਰਸਿੰਗ ਦੇ ਵਿੱਚ ਤੁਸੀਂ ਪੈਥਵੇ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ। ਜੀ ਜੀ ਬਿਲਕੁਲ ਜੀ, ਜਿਵੇਂ ਤੁਹਾਨੂੰ ਪਤਾ ਚੱਲਿਆ ਤੇ ਤੁਸੀਂ ਸੁਣਿਆ ਕਿ ਕਿੰਨੀ ਜਿਹੜੀ ਸਕੋਰ ਦੀ ਰਿਕੁਆਇਰਮੈਂਟ ਹੈ ਤੇ ਨਰਸਿੰਗ ਦੇ ਲਈ ਕਿਹੜੀ ਤੁਹਾਨੂੰ ਚੀਜ਼ਾਂ ਦੀ ਜਿਹੜੀ ਤੁਸੀਂ ਗਾਂਹ ਜਾ ਕੇ ਤੁਹਾਡੇ ਵਾਸਤੇ ਜਿਹੜੇ ਬੈਨੀਫੀਸ਼ੀਅਲ ਸਾਬਿਤ ਹੋ ਸਕਦੇ ਆ ਨੇ। ਤੇ ਗੱਲਬਾਤ ਕਰਾਂਗੇ ਜੀ, ਆਪਣੇ ਕਮੈਂਟ ਵੀ ਲੈਣੇ ਆ ਨਾਲ ਜੀ। ਜਸ ਸੰਧੂ ਜੀ ਜਿਹੜੇ ਕਹਿ ਰਹੇ ਹਾਈ ਸਰ, is it necessary to move to nominated area if anyone get New South Wales 489? Is it necessary to get release letter from nominated area before moving to other regional area of New South Wales? ਜਸਰ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਇਸ ਦਾ ਜਵਾਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਤੁਹਾਨੂੰ ਸਾਡੇ ਮਾਈਗ੍ਰੇਸ਼ਨ ਏਜੰਟ ਦੇ ਨਾਲ ਹੀ ਕੰਸਲਟ ਕਰਨਾ ਪਏਗਾ। ਉਹਨਾਂ ਦਾ ਨਾਮ ਅਜੇ ਬੰਸਲ ਹੈ। ਤੁਸੀਂ ਉਹਨਾਂ ਨੂੰ ਮੰਡੇ ਨੂੰ ਜਦੋਂ ਮਰਜ਼ੀ ਫੋਨ ਕਰੋ ਤਾਂ ਹੀ ਵਿਲ ਗਾਈਡ ਯੂ ਇਨ ਅ ਬੈਟਰ ਵੇ। ਜੀ ਤੇ ਅਗਲਾ ਸਵਾਲ ਬਲਦੇਵ ਸਿੰਘ ਜੀ ਦਾ ਹੈ ਜੀ। ਆਈ ਥਿੰਕ ਉਹਨਾਂ ਦਾ ਵੀ ਸੇਮ ਹੀ ਹੈ ਕਿ ਉਹਨਾਂ ਨੂੰ ਵੀ ਮਾਈਗ੍ਰੇਸ਼ਨ ਉਹ ਪੁੱਛ ਰਹੇ ਨੇ ਕਿ ਸਰ ਵਿਚ ਕੋਰਸ ਇਜ਼ ਬੈਸਟ ਫॉर PR। ਬਲਦੇਵ ਜੀ ਇਹਦਾ ਆਨਸਰ ਤੁਹਾਨੂੰ ਮੈਂ ਹੀ ਦੇ ਸਕਦੀ ਹਾਂ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਜੀ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ ਤੇ ਮਾਈਗ੍ਰੇਸ਼ਨ ਨਾਲ ਰਿਲੇਟਡ ਜਿਹੜਾ ਟੌਪਿਕ ਤੁਹਾਡਾ ਕੋਈ ਵੀ ਕੰਸਰਨ ਹੈ ਤੁਸੀਂ ਅਜੇ ਬਾਂਸਲ ਜੀ ਦੇ ਨਾਲ ਕੰਸਲਟ ਕਰ ਸਕਦੇ ਹੋ ਤੇ ਨੰਬਰ ਉਹਨਾਂ ਦਾ ਹੈ ਜੀ 0396021330 ਜੀ। ਤੇ ਧੰਨਵਾਦ ਅਜੇ ਜੀ। ਇਹ ਸਾਰੀਆਂ ਸੌਰੀ ਅਰੁਣ ਜੀ, ਮੈਂ ਆਲਵੇਜ਼ ਕਨਫਿਊਜ਼ ਹੋ ਜਾਂਦੀ ਹਾਂ ਕਿਉਂਕਿ ਅਸੀਂ ਹਰ ਵੀਕ ਪ੍ਰੋਗਰਾਮ ਕਰਦੇ ਜੋ ਰਹਿੰਦੇ ਆ ਤਾਂ ਕਨਫਿਊਜ਼ ਹੀ ਹੋ ਜਾਂਦੀ ਹਾਂ ਮੈਂ। ਤੇ ਜੀ ਟ੍ਰੇਡ ਕੋਰਸ ਦੇ ਜਿਹੜੇ ਤੁਸੀਂ ਬੈਨੀਫਿਟਸ ਦੱਸੇ ਕਿ ਇਹ ਬੈਨੀਫਿਟਸ ਨੇ ਤੁਸੀਂ ਜਦੋਂ ਅਸੀਂ ਪਹਿਲਾਂ ਗੱਲ ਕੀਤੀ ਸੀ ਜੀ, ਤੇ ਨਰਸਿੰਗ ਕੋਰਸ ਦੇ ਜਿਹੜਾ ਫਿਊਚਰਸ ਦੇ ਵਾਸਤੇ ਕੀ ਬੈਨੀਫਿਟ ਜਿਹੜੇ ਸਟੂਡੈਂਟਸ ਨੂੰ ਮਿਲ ਸਕਦੇ ਨੇ ਜੀ? ਦੇਖੋ ਇਹ ਜੇ ਹੁਣ ਆਪਾਂ ਬੈਚਲਰ ਜਾਂ ਮਾਸਟਰ ਦਾ ਕੋਈ ਵੀ ਕੋਰਸ ਜੇ ਬੱਚਾ ਕਰਦਾ ਨਰਸਿੰਗ ਦੇ ਵਿੱਚ ਤਾਂ TR ਦਾ ਉਸਨੂੰ ਇਹ 2 ਇਅਰਸ ਦੀ ਹੈਗੀ ਆ ਜੀ। ਜੇ ਰੀਜਨਲ ਵਿੱਚ ਕਰੂ ਤਾਂ ਉਸਨੂੰ ਐਕਸਟਰਾ TR ਮਿਲ ਜਾਂਦੀ ਆ। ਓਕੇ ਜੀ। ਤਾਂ ਇਸ ਤੋਂ ਇਲਾਵਾ ਇਹ ਨਰਸਿੰਗ ਦੇ ਨਾਲ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਰਸਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ। ਤੇ ਜੇ ਬੱਚਾ ਨਰਸਿੰਗ ਦਾ ਕੋਰਸ ਕਰਦਾ ਹੈ ਤਾਂ ਉਸਦਾ ਫਿਊਚਰ ਪਰਸਪੈਕਟਿਵ ਦੇ ਮੁਤਾਬਿਕ ਜੇ ਆਪਾਂ ਇਹ ਤਾਂ ਚੰਗਾ ਹੀ ਹੁਣ ਉਸ ਨੂੰ ਮਿਲਦਾ ਤਾਂ PR ਲਈ ਉਸਨੂੰ ਹੈਲਪ ਕਰ ਸਕਦਾ ਹੈ ਜੀ। ਤੇ ਜੇ ਅਦਰਵਾਈਜ਼ ਉਹ ਆਪਣੇ ਬੈਕ ਇਨ ਕੰਟਰੀ ਜਾ ਕੇ ਵੀ ਸਰਵ ਕਰ ਸਕਦਾ ਹੈ ਕਿਉਂਕਿ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਹੋਮ ਕੰਟਰੀ ਦੇ ਵਿੱਚ ਜੀ, ਇਸ ਲਈ। ਓਕੇ ਜੀ। ਤੇ ਅਗਲਾ ਸਵਾਲ ਵੱਲ ਚੱਲਦੇ ਹਾਂ। ਸੁਖਬੀਰ ਜੀ ਪੁੱਛ ਰਹੇ ਨੇ, ਪਲੀਜ਼ ਕੈਨ ਯੂ ਟੈਲ ਦ ਨੇਮ ਆਫ ਦ ਕਾਲਜ ਆਫਰਿੰਗ ਨਰਸਿੰਗ ਵਿਦ ਲੋ ਫੀ ਇਨ ਮੈਲਬਨ? ਇਹ ਤੁਸੀਂ ਸੁਖਬੀਰ ਜੀ ਕਿਹੜਾ ਕੋਰਸ ਡਿਪਲੋਮਾ ਕਰਨਾ ਚਾਹੁੰਦੇ ਹੋ ਜਾਂ ਬੈਚਲਰ ਜਾਂ ਮਾਸਟਰ? ਤੁਸੀਂ ਇਹ ਤਿੰਨਾਂ ਵਿੱਚੋਂ ਕਿਹੜਾ ਕੋਰਸ ਕਰਨਾ ਚਾਹੁੰਦੇ ਤਾਂ ਮੈਂ ਤੁਹਾਨੂੰ ਥੋੜਾ ਦੱਸ ਦਾਂਗਾ ਕਿ ਤੁਸੀਂ ਇਸ ਕਾਲਜ ਵਿੱਚ ਐਡਮਿਸ਼ਨ ਲੈ ਲਓ ਤਾਂ ਥੋੜੀ ਫੀਸ ਬਾਕੀ ਨਾਲੋਂ ਘੱਟ ਹੋਏਗੀ ਜੀ। ਪਰ ਇਟ ਡਿਪੈਂਡਸ ਕਿ ਮੈਨੂੰ ਦੱਸੋ ਡਿਪਲੋਮਾ ਕਰਨਾ ਚਾਹੁੰਦੇ ਜਾਂ ਬੈਚਲਰ? ਜੀ ਹਾਂਜੀ ਸੁਖਬੀਰ ਜੀ, ਜਿਵੇਂ ਕਿ ਤੁਸੀਂ ਜੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਸੀਂ ਕੀ ਚੂਜ਼ ਕਰਨਾ ਚਾਹੁੰਦੇ ਹੋ ਪਹਿਲਾਂ ਤੇ ਕੰਸਲਟੈਂਟ ਜਿਹੜੇ ਸਾਡੇ ਐਕਸਪਰਟਸ ਨੇ ਤੁਹਾਨੂੰ ਐਡਵਾਈਸ ਕਰ ਸਕਦੇ ਨੇ ਕਿ ਕੀ ਤੁਹਾਡੇ ਵਾਸਤੇ ਐਪਰੋਪ੍ਰੀਏਟ ਹੈ ਜੀ ਉਹਦੇ ਵਾਸਤੇ। ਤੇ ਨਾਲ ਹੀ ਸਵਾਲ ਹੈ ਕਿ ਇਹ ਗੱਲ ਕੀਤੀ ਸੀ ਟ੍ਰੇਡ ਕੋਰਸ ਦੀ, ਨਰਸਿੰਗ ਦੀ, ਜੇ ਅਸੀਂ ਗੱਲ ਕਰੀਏ ਮਾਸਟਰ ਆਫ ਸੋਸ਼ਲ ਵਰਕ ਦੀ, ਜੇ ਤੁਸੀਂ ਉਹਦੇ ਬਾਰੇ ਪਲੀਜ਼ ਦੱਸਣਾ ਚਾਹੋ ਤਾਂ। ਕਿਉਂਕਿ ਅੱਜ ਕੱਲ ਸੋਸ਼ਲ ਵਰਕ ਇਹ ਟ੍ਰੇਡ ਕੋਰਸ ਇੱਕ ਟੋਟਲੀ ਡਿਫਰੈਂਟ ਥਿੰਗ ਆ ਗਈ ਜੀ। ਕਈ ਬੱਚੇ ਜਿਹੜੇ ਹੁਣ ਜਿਵੇਂ ਪਹਿਲਾਂ ਕਮੈਂਟ ਆਏ ਸੀ ਕਿ ਅਕਾਊਂਟਿੰਗ ਨਾਲ ਮੈਂ ਕਿਹੜਾ ਟ੍ਰੇਡ ਕੋਰਸ ਕਰਾਂ ਜੀ ਜੀ। ਹੁਣ ਕਈ ਬੱਚੇ ਕਹਿੰਦੇ ਕਿ ਮੈਂ ਸਰ IT ਮੈਂ ਕਰ ਰਿਹਾ ਜਾਂ ਕਰ ਰਹੀ ਹਾਂ, ਮੈਂ ਅਕਾਊਂਟਿੰਗ ਮੈਂ ਕਰ ਰਿਹਾ ਜਾਂ ਕਰ ਰਹੀ ਹਾਂ ਤੇ ਮੈਂ ਟ੍ਰੇਡ ਕੋਰਸ ਦੇ ਵਿੱਚ ਨਹੀਂ ਜਾਣਾ ਚਾਹੁੰਦੀ ਤੇ ਮੈਂ ਅਕਾਊਂਟਿੰਗ ਜਾਂ ਮੈਂ ਕੋਈ ਵੀ ਐਜ਼ ਅ ਕੋਰਸ ਨਹੀਂ ਕਰਨਾ ਚਾਹੁੰਦੀ
ਜੀ। ਤਾਂ ਮੈਨੂੰ ਕੋਈ ਹੋਰ ਕੋਈ ਕੋਰਸ ਦੱਸੋ ਨਰਸਿੰਗ ਤੋਂ ਇਲਾਵਾ। ਜੀ ਜੀ ਜੇ ਬੱਚੇ 7 ਨਹੀਂ ਹੈ, ਕਿਉਂਕਿ ਕਈ ਬੱਚੇ 7 ਨਹੀਂ ਹੁੰਦੇ, ਕੋਈ ਨਰਸਿੰਗ ਦੀ ਰਿਕੁਇਜ਼ਿਟ ਆ, ਜੀ ਤਾਂ ਫਿਰ ਮਾਸਟਰ ਸੋਸ਼ਲ ਵਰਕ ਇੱਕ ਬਹੁਤ ਚੰਗਾ ਕੋਰਸ ਹੈ, ਜੀ ਪਰ ਉਹਦੀ ਇੱਕ ਰਿਕੁਇਜ਼ਿਟ ਆ, ਜੀ ਇਹ ਉਸਦਾ ਬੈਕਗ੍ਰਾਉਂਡ ਬੱਚਾ ਦੇਖਿਆ ਜਾਓ ਕਿ ਐਜੂਕੇਸ਼ਨ ਬੈਕਗ੍ਰਾਉਂਡ ਕੀ ਹੈਗਾ। ਜੀ ਕੁਝ ਯੂਨੀਵਰਸਿਟੀਆਂ ਬੈਕਗ੍ਰਾਉਂਡ ਤੋਂ ਜੇ ਬੱਚੇ ਨੇ ਕੋਈ ਵੀ ਬੈਚਲਰ ਦੇ ਵਿੱਚ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੈ ਤਾਂ ਅਸੈਪਟ ਕਰ ਲੈਂਦੀਆਂ ਨੇ, ਤੇ ਕੁਝ ਯੂਨੀਵਰਸਿਟੀ ਜੋ ਜਿਹੜੀਆਂ ਨੇ ਉਹ ਦੇਖਦੇ ਕਿ ਬੱਚੇ ਨਰਸਿੰਗ ਬੈਕਗ੍ਰਾਉਂਡ ਹੈਗਾ, ਕਮਿਊਨਿਟੀ ਦੇ ਵਿੱਚ ਹੈਗਾ, ਜਾਂ ਸੋਸ਼ਲ ਰਿਲੇਟਡ ਦਾ ਉਸਨੇ ਕੁਝ ਬੈਚਲਰ ਕੀਤਾ ਹੈਗਾ, ਤਾਂ ਉਸ ਨੂੰ ਐਡਮਿਸ਼ਨ ਦੇ ਦਿੰਦੀਆਂ ਨੇ। ਜੀ ਤੇ ਇਸ ਦੀ ਰਿਕੁਆਇਰਮੈਂਟ ਜੋ ਹੈਗੀ ਆ ਉਹ 6.5 ਓਵਰਆਲ। ਮੈਂ ਇੱਕ ਐਗਜ਼ਾਮਪਲ ACAP ਆ, ਆਸਟ੍ਰੇਲੀਅਨ ਕਾਲਜ ਆਫ ਅਪਲਾਈਡ ਸਾਈਕੋਲੋਜੀ, ਮੈਂ ਇੱਕ ਕਾਲਜ ਐਗਜ਼ਾਮਪਲ ਯੂਨੀਵਰਸਿਟੀ ਮੈਂ ਲੈ ਰਿਹਾ ਇਸ ਦੀ, ਤੇ ਇਸ ਦੇ ਵਿੱਚ ਰਿਕੁਆਇਰਮੈਂਟ ਕੀ ਆ 6.5 ਓਵਰਆਲ ਤੇ 6 ਈਚ, ਤੇ ਇਹਦੀ ਫੀਸ 47,000 2 ਇਅਰਸ ਦੀ ਹੈਗੀ ਆ, ਲੈਵਲ 1 ਹੈਗਾ ਇਹ। ਤੇ ਜੇ ਤੁਸੀਂ ਇਹਦੇ ਵਿੱਚ ਐਡਮਿਸ਼ਨ ਲੈ ਕੇ ਤੁਸੀਂ ਵੀਜ਼ਾ ਵੀ ਜੇ ਪਾਉਂਦੇ ਹੋ ਤਾਂ ਡਿਪਾਰਟਮੈਂਟ ਤੁਹਾਨੂੰ ਆਇਲਸ ਫਾਈਨੈਂਸ਼ੀਅਲ ਦੀ ਲੋੜ ਨਹੀਂ ਪੈਣੀ, ਪਹਿਲੀ ਚੀਜ਼। ਸੈਕਿੰਡ ਚੀਜ਼, ਇਹ ਕੋਰਸ ਬਹੁਤ ਵਧੀਆ ਕੋਰਸ ਹੈ ਸੋਸ਼ਲ ਵਰਕ, ਕਿਉਂਕਿ ਕਈ ਬੱਚੇ ਨਰਸਿੰਗ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਡਰ ਲੱਗਦਾ ਕਿ ਨਰਸਿੰਗ ਕਰਦੇ, ਤਾਂ ਸੋਸ਼ਲ ਵਰਕ ਇੱਕ ਚੰਗਾ ਆਪਸ਼ਨ ਹੈਗਾ ਜੀ। ਤਾਂ ਤੁਸੀਂ ਸੋਸ਼ਲ ਵਰਕ ਕਰਨ ਲਈ ਜਾ ਸਕਦੇ ਹੋ, ਤੇ ਵਧੀਆ ਕੋਰਸ ਹੈ, ਯਾਨੀ ਕਿ ਪਰ ਲੇਕਿਨ ਡਿਪੈਂਡਸ ਕਿ ਤੁਹਾਡਾ ਬੈਕਗ੍ਰਾਉਂਡ ਕੀ ਹੈਗਾ, ਤਾਂ ਉਹ ਡਿਪੈਂਡ ਕਰਕੇ ਉਹ ਐਡਮਿਸ਼ਨ ਦੇਣਗੇ ਤੁਹਾਨੂੰ। ਜੀ ਸੋ ਇਟਸ ਮੀਨ ਕਿ ਬੈਕਗ੍ਰਾਉਂਡ ਵੀ ਰਿਲੇਟਡ ਹੋਣੀ ਚਾਹੀਦੀ ਹੈ ਜੇ ਅਸੀਂ ਸੋਸ਼ਲ ਵਰਕ ਦਾ ਜਿਹੜਾ ਕੋਰਸ ਜਿਹੜਾ ਉਹ ਕਰਨਾ ਚਾਹੁੰਦੇ, ਨਾਲੇ ਵਧੀਆ ਵੀ ਹੈ। ਤੁਸੀਂ ਦੱਸਿਆ ਕਿ ਨਰਸਿੰਗ ਤੇ ਜਿੱਦਾਂ ਡਿਮਾਂਡ ਹੈ ਕਿ 7 ਤੋਂ ਅਬਵ ਚਾਹੀਦੇ ਆ ਨਾ ਆਇਲਸ ਸਕੋਰ, ਤੇ ਇਹਦੇ ਵਿੱਚ ਜਿਹੜੀ ਰਿਕੁਆਇਰਮੈਂਟ ਉਹ 6.5 to 7 ਦੇ ਵਿੱਚ ਹੈ, 6 ਈਚ ਹੋਵੇ ਤੇ 6.5 ਓਵਰਆਲ ਹੋਵੇ ਤਾਂ ਵੀ। ਜੀ ਜੀ ਜੀ। ਤੇ ਇਸ ਦੇ ਨਾਲ ਹੀ ਕਿਉਂਕਿ ਇਹ ਸੋਸ਼ਲ ਵਰਕ ਤਾਂ ਹੈਗਾ ਜੀ, ਹੁਣ ਕਈ ਸਟੂਡੈਂਟ ਕੀ ਹੁੰਦੇ ਨੇ, ਇਹ ਜਿਵੇਂ ਅਕਾਊਂਟਿੰਗ ਆ, ਜਾਂ ਕੋਈ ਕਹਿੰਦਾ ਕਿ ਵੀ ਸਰ ਮੈਂ ਜਾਂ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ, ਜੀ ਕਿ ਸਟੂਡੈਂਟ ਕਹਿੰਦਾ ਸਰ ਮੇਰੀ ਫੀਸ ਬਹੁਤ ਜ਼ਿਆਦਾ ਕਿ ਆਈ ਐਮ ਨਾਟ ਏਬਲ ਟੂ ਪੇ ਦੈਟ ਫੀਸ, ਜੀ। ਤਾਂ ਫਿਰ ਕੁਝ ਇਹ ਘੱਟ ਇਹ ਫੀਸ ਵਾਲੇ ਕਾਲਜ ਨੇ ਜਿਨ੍ਹਾਂ ਸਭ ਤੋਂ ਇਹ ਯਾਨੀ ਕਿ ਸਭ ਤੋਂ ਯਾਨੀ ਕਿ ਵੀ ਚੰਗੇ ਕਾਲਜ ਨੇ, ਤੇ ਘੱਟ ਇਨੀਸ਼ੀਅਲ ਡਿਪੋਜ਼ਿਟ ਤੇ ਸੀਓ ਇਸ਼ੂ ਕਰ ਸਕਦੇ ਨੇ। ਜੀ ਜੀ। ਉਹਨਾਂ ਵਿੱਚੋਂ ਅੱਜ ਕੱਲ੍ਹ ਇੱਕ ਹੋਮਸ ਕਾਲਜ ਹੋਮ ਇੰਸਟੀਚਿਊਟ ਆ, ਜੀ ਮੈਂ ਐਗਜ਼ਾਮਪਲ ਇੱਕ ਦਿਨ ਕਾਫੀ ਨੇ ਯਾਨੀ ਕਿ ਕਾਫੀ ਨੇ ਘੱਟ ਤੇ ਇਹ ਕਰਵਾਉਣ ਲੱਗੇ ਸੀਓ ਇਸ਼ੂ। ਉਹਨਾਂ ਦੇ ਕੀ ਆ 8400 ਪਰ ਸਮੈਸਟਰ ਫੀਸ, ਜੀ ਫੋਰਸ $2100 ਇਹ ਦੇ ਮੁਤਾਬਿਕ ਉਹਨਾਂ ਦੀ ਫੀਸ ਹੈਗੀ ਆ ਪਰ ਯੂਨਿਟ ਦੀ। ਜੀ ਤੇ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਜੁਲਾਈ ਇਨਟੇਕ ਲਈ, ਤਾਂ ਉਹਨਾਂ ਨੇ ਬੜਾ ਵਧੀਆ ਕੋਵਿਡ-19 ਦੇ ਵਿੱਚ ਬੱਚਿਆਂ ਨੂੰ ਰਿਲੀਫ ਦੇਣ ਲਈ ਕੀਤਾ, ਉਹਨਾਂ ਨੇ 1750 ਦੇ ਵਿੱਚ ਸੀਓ ਇਸ਼ੂ ਕਰ ਦੇਣਗੇ ਉਹ ਜੁਲਾਈ ਇਨਟੇਕ ਦੀ। ਜੀ ਬਹੁਤ ਹੀ ਵਧੀਆ ਜੀ, ਬਹੁਤ ਯਾਨੀ ਕਿ ਮਾਸਟਰ ਦੀ ਸੀਓ ਤੁਸੀਂ ਲੈ ਰਹੇ ਹੋ 1750 ਦੇ ਵਿੱਚ। ਜੀ ਡੈਫੀਨਿਟਲੀ। ਉਹਦੇ ਵਿੱਚ ਕੀ ਆ $1500 ਤੁਹਾਡੀ ਯੂਨਿਟ ਦੀ ਫੀਸ ਜਾਏਗੀ ਇੱਕ, ਤੇ $250 ਐਪਲੀਕੇਸ਼ਨ ਫੀਸ ਉਹਨਾਂ ਦੇ ਚਾਰजेस ਨੇ, ਤਾਂ 700 ਤੁਹਾਨੂੰ ਮਾਸਟਰ ਡਿਗਰੀ ਸੀਓ ਮਿਲ ਰਹੀ ਆ। ਤਾਂ ਇਸੇ ਮੁਤਾਬਿਕ ਤਾਂ ਕਾਫੀ ਆਪਸ਼ਨ ਨੇ ਕਿ ਤੁਸੀਂ ਕਿਵੇਂ ਤੁਸੀਂ, ਪਰ ਲੇਕਿਨ ਤੁਹਾਨੂੰ ਇੱਕ ਚੰਗਾ ਏਜੰਟ ਜਾਂ ਤੁਹਾਨੂੰ ਚੰਗਾ ਐਜੂਕੇਸ਼ਨ ਕੰਸਲਟੈਂਟ ਤੁਹਾਨੂੰ ਵਧੀਆ ਦੱਸ ਸਕਦਾ ਕਿ ਕਿੱਥੇ ਤੱਕ ਤੁਹਾਡਾ ਫਿਊਚਰ ਹੈਗਾ। ਜੀ ਜੀ ਬਿਲਕੁਲ ਜੀ। ਜੀ ਕਿਉਂਕਿ ਕਾਫੀ ਕੰਸਲਟੈਂਟ ਜਾਂ ਕੁਝ ਹੁੰਦੇ ਨੇ ਜਿਹੜੇ ਗਲਤ ਕਾਲਜ ਦੇ ਵਿੱਚ ਪਾਤਾ, ਜਿਹੜੇ ਕਾਲਜ ਬੰਦ ਹੋ ਗਏ। ਜੀ ਸਟੂਡੈਂਟ ਨੂੰ ਫਿਰ ਕਈ ਡਿਫਿਕਲਟੀ ਦਾ ਸਾਹਮਣਾ ਕਰਨਾ ਪੈਂਦਾ, ਤੇ ਫਿਰ ਸੋਚਦੇ ਨੇ ਕਿ ਕਿਹੜਾ ਜਿਹੜਾ ਕੰਸਲਟੈਂਟ ਹੈ ਉਹ ਸਾਨੂੰ ਜਿਹੜਾ ਸਾਡਾ ਹੱਥ ਫੜ ਸਕੇ ਇਸ ਸਿਚੁਏਸ਼ਨ ਦੇ। ਕਿਉਂਕਿ ਇਹ ਪਿੱਛੇ ਜੇ ਹੁਣ ਹੋਇਆ ਇੱਕ ਪ੍ਰੈਕਟੀਕਲ, ਪਿੱਛੇ ਕਈ ਕਾਲਜ ਬੰਦ ਹੋਏ ਨੇ ਮੈਲਬਨ ਦੇ ਵਿੱਚ, ਤੁਸੀਂ ਜੇ ਆਸਕਾਈ ਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਜੀ ਜੀ ਠੀਕ ਹੈ। ਤਾਂ ਉਹਦੇ ਵਿੱਚ ਕੀ ਹੁੰਦਾ, ਜਦੋਂ ਬੱਚਾ ਇਹ ਕੋਈ ਸਟੂਡੈਂਟ ਆ, ਇਹ ਤਾਂ ਥੋੜਾ ਆਫ ਟੌਪਿਕ ਪਰ ਮੈਂ ਦੱਸ ਦਿੰਦਾ ਕਿਉਂਕਿ ਕਾਫੀ ਕੁਐਸਚਨ ਆਉਂਦੇ ਨੇ ਵੀ। ਜੀ ਜੀ। ਜੇ ਸਟੂਡੈਂਟ ਉੱਥੇ ਪੜ੍ਹ ਰਿਹਾ ਤੇ ਕਾਲਜ ਬੰਦ ਹੋ ਗਿਆ, ਜੀ, ਤਾਂ ਉਸ ਤੋਂ ਬਾਅਦ ਕੀ ਹੋਏਗਾ, ਜਿਹੜੇ ਬੱਚੇ ਜਿੰਨਾ ਟਾਈਮ ਪੜ੍ਹਿਆ ਉਸ ਨੂੰ ਉਹ ਸਾਰੀ ਕ੍ਰੈਡਿਟ ਟ੍ਰਾਂਸਫਰ ਮਿਲ ਜਾਏਗਾ ਨੈਕਸਟ ਸਟੱਡੀ ਦੇ ਵਿੱਚ ਜਾ ਕੇ। ਤਾਂ ਇਸ ਲਈ ਜੀ ਜੀ ਤਾਂ ਯਾਨੀ ਕਿ ਟੋਟਲੀ ਇਸ ਚੀਜ਼ ਨਾਲ ਰੈਲੇਵੈਂਟ ਹੋ ਜਾਏਗਾ ਉਹ। ਜੀ ਹਾਂਜੀ ਜੀ। ਤੇ ਨਾਲ ਕਮੈਂਟ ਵੀ ਲੈਣੇ ਆ, ਤੇ ਕਮੈਂਟ 'ਚ ਬਿਲਾਲ ਮਸੂਦ ਜੀ ਪੁੱਛ ਰਹੇ ਨੇ, what are the student visa grant chances if you are offshore and student visa has already refused twice due to GT not meet? ਤਾਂ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ, ਜੇ ਤੁਹਾਡੀ GT ਤੁਹਾਡੀ 2 ਵਾਰ ਰਿਫਿਊਜ਼ ਕਰਤਾ, ਇਟ ਮੀਨ ਤੁਸੀਂ ਜੈਨੂਇਨ ਸਟੂਡੈਂਟ ਹੀ ਨਹੀਂ ਹੈਗੇ ਜੀ, ਤਾਂ ਤੁਹਾਡੇ ਰੈਲੀਵੈਂਟ ਨਹੀਂ ਹੈਗੀ ਤੁਹਾਡੀ ਸਟੱਡੀ ਜੀ। ਤਾਂ ਇਸ ਲਈ ਤੁਹਾਨੂੰ ਨੈਕਸਟ ਟਾਈਮ ਵੀਜ਼ਾ ਮਿਲਣਾ ਥੋੜਾ ਜਿਹਾ ਔਖਾ ਹੋਏਗਾ ਜੀ। ਤਾਂ ਥੋੜਾ ਤੁਸੀਂ ਆਪਣਾ ਪਹਿਲਾ ਕੋਰਸ ਦੇਖੋ, ਤੁਹਾਨੂੰ ਕਿਹੜਾ ਕੋਰਸ ਚੂਜ਼ ਕੀਤਾ, ਤੁਹਾਡਾ ਕੋਈ ਗੈਪ ਸੀਗਾ ਕਿ ਨਹੀਂ ਸੀਗਾ, ਤੇ ਥੋੜਾ ਪੈਥਵੇ ਦਾ ਤੁਹਾਡੇ ਏਜੰਟ ਨੇ ਕਿਹੜੇ ਡਾਕੂਮੈਂਟ ਕੁਝ ਲਗਾਏ ਸੀ ਨਾਲ, ਤਾਂ ਸਾਰੀ ਚੀਜ਼ ਕੰਸੀਡਰ ਕਰਦੇ ਹਾਂ, ਤਾਂ ਥੋੜਾ ਤੁਹਾਨੂੰ ਔਖਾ ਹੋਏਗਾ ਇਸ ਤੇ ਵੀ ਵੀਜ਼ਾ ਲੈਣ ਲੱਗੇ। ਇਸੇ ਲਈ ਕਹੀਦਾ ਕਿ ਕੋਈ ਐਕਸਪੀਰੀਅੰਸ ਤੇ ਕੁਆਲੀਫਾਈਡ ਜੇ ਏਜੰਟ ਕੋਲ ਤੁਸੀਂ ਜਾਓ, ਤੁਹਾਨੂੰ ਸਹੀ ਗਾਈਡ ਕਰ ਸਕੇ। ਆਈ ਥਿੰਕ GT ਵੀ ਮਸਟ ਆ, ਹੈ ਨਾ? GT ਮਸਟ ਜੀ, ਬਿਲਕੁਲ ਜੀ।
ਤੇ ਨੈਕਸਟ ਹੈ ਜੀ ਰੁਪਿੰਦਰ ਖੋਬਰਾ ਜੀ ਪੁੱਛ ਰਹੇ ਨੇ ਸਰ ਕੋਰਸਪੋਂਡੈਂਸ ਸਟੱਡੀ ਇਜ਼ ਐਕਸੈਪਟੇਬਲ ਫਰੋਮ ਆਫਸ਼ੋਰ ਐਂਡ 2 year ਗੈਪ ਆਫਟਰ ਐਮਏ ਇਨ ਸੋਸ਼ੀਓਲੋਜੀ। ਇਹ ਖੋਬਰਾ ਸਾਹਿਬ ਇਹਦੇ ਵਿੱਚ ਮੈਂ ਗੱਲ ਕਹਾਂਗਾ ਅੱਜ ਕੱਲ ਕੋਵਿਡ-19 ਕਰਕੇ ਇਹ ਕਈ ਆਸਟ੍ਰੇਲੀਅਨ ਯੂਨੀਵਰਸਿਟੀ ਜਾਂ ਕਾਲਜਿਸ ਆਨਲਾਈਨ ਸਟੱਡੀ ਆਫਸ਼ੋਰ ਪੜ੍ਹਾਉਣ ਲੱਗੇ। ਤੁਸੀਂ ਐਡਮਿਸ਼ਨ ਲੈ ਲਓ ਹੁਣ ਤੇ ਤੁਸੀਂ ਆਨਲਾਈਨ ਜਿੰਨੇ ਯੂਨਿਟ ਤੁਸੀਂ ਪਾਸ ਕੀਤੇ ਨੇ ਤੁਸੀਂ ਘਰੇ ਬੈਠੇ ਆਪਣੀ ਸਟੱਡੀ ਪਾਸ ਕਰੋ ਤੇ ਜਦੋਂ ਬੋਰਡਰਸ ਖੁੱਲ ਗਏ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਲਓ ਤੇ ਤੁਸੀਂ ਸਿੱਧਾ ਉਰੇ ਆ ਸਕਦੇ ਹੋ। ਤੇ ਜੇ ਸਟੱਡੀ ਗੈਪ ਜੇ ਥੋੜਾ ਤੁਸੀਂ ਸਟੱਡੀ ਗੈਪ ਨੂੰ ਪ੍ਰੋਪਰ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਤਾਂ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਵੀਜ਼ਾ ਗ੍ਰਾਂਟ ਦੇ ਵਿੱਚ। ਜੀ ਥੈਂਕ ਯੂ ਜੀ। ਤੇ ਜਿਵੇਂ ਤੁਸੀਂ ਸੁਣਿਆ ਅਰੁਣ ਜੀ ਨੇ ਤੁਹਾਨੂੰ ਦੱਸਿਆ ਕਿ ਕੋਰਸ ਦੀ ਕੀ ਰਿਕੁਆਇਰਮੈਂਟਸ ਹੈ, ਕਿਵੇਂ ਤੁਸੀਂ ਜਿਹੜੀ ਯੂਨੀਵਰਸਿਟੀ ਹੈ ਚੇਂਜ ਕਰ ਸਕਦੇ ਹੋ ਤੇ ਇਹ ਬਹੁਤ ਹੀ ਕੋਈ ਔਖਾ ਪ੍ਰੋਸੈਸ ਹੁੰਦਾ ਹੈ, ਓਵਰਵੈਲਮਿੰਗ ਵੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਹੋਣ ਪਰ ਤੁਸੀਂ ਕਿਸੇ ਨਤੀਜੇ ਤੱਕ ਨਾ ਪਹੁੰਚ ਸਕੋ ਕਿ ਕਿਹੜਾ ਕੋਰਸ ਹੈ ਜੇ ਤੁਸੀਂ ਚੂਜ਼ ਕਰੋ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋਵੇ। ਉਹਦੇ ਵਾਸਤੇ ਇੱਕ ਐਕਸਪਰਟ ਦੀ ਜਿਹੜੀ ਰਾਏ ਲੈਣੀ ਬਹੁਤ ਜ਼ਰੂਰੀ ਹੈ। ਤੇ ਆਪਣੀ ਆਡੀਅנס ਨੂੰ ਇੱਕ ਰਿਕੁਐਸਟ ਵੀ ਹੈ ਕਿ ਜ਼ਰੂਰੀ ਹੈ ਕਿ ਜੇ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰ ਰਹੇ ਹੋ ਉਹਦੇ ਵਾਸਤੇ ਇੱਕ ਐਕਸਪੀਰੀਅੰਸ ਏਜੰਟ ਜਿਹੜੀ ਆ ਉਹਦੀ ਸਲਾਹ ਜ਼ਰੂਰ ਲਵੋ। ਤੇ ਸਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਵੀ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਆਡੀਅנס ਨੂੰ ਇੱਕ ਐਕਸਪੀਰੀਅੰਸਡ ਜਿਹੜਾ ਕੰਸਲਟੈਂਟ ਹੈ ਉਹਦੇ ਨਾਲ ਰੂਬਰੂ ਕਰਵਾਇਆ ਜਾਏ ਤਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਵੀ ਤੁਹਾਡੀ ਨੌਲੇਜ ਜਾਂ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਉਹਨਾਂ ਦੇ ਨਾਲ ਜਿਹੜੀ ਆ ਪੁੱਛ ਸਕੋ ਤੇ ਉਹ ਜਿਹੜੀ ਨੌਲੇਜ ਹੈ ਤੁਹਾਡੇ ਨਾਲ ਵੀ ਸਾਂਝੀ ਕਰ ਸਕਣ। ਜੀ ਅਰੁਣ ਜੀ ਜੇ ਕੋਈ ਵੀ ਸਵਾਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਡੀਅנס ਦੇ ਨਾਲ ਸਾਂਝਾ ਕਰਨਾ ਜੇ ਕੋਈ ਰਹਿ ਗਿਆ ਹੋਵੇ ਇਸ ਟੌਪਿਕ ਦੇ ਰਿਲੇਟਡ ਤਾਂ ਪਲੀਜ਼ ਜੀ। ਇਹ ਮੇਰੇ ਮੁਤਾਬਿਕ ਸਾਰੇ ਪੂਰੇ ਹੋ ਗਏ। ਜੇ ਕੋਈ ਰਹਿ ਗਿਆ ਤਾਂ ਸਾਨੂੰ ਕਮੈਂਟ ਕਰੋ ਜਾਂ ਸਾਨੂੰ ਫੋਨ ਕਰੋ, ਅਸੀਂ ਤੁਹਾਨੂੰ ਨਾਲ ਜਵਾਬ ਦੇਵਾਂਗੇ। ਜੀ ਪਿਆਰੀ ਆਡੀਅנס ਦੇ ਲਈ ਜੀ ਜੇ ਕੋਈ ਵੀ ਰਿਲੇਟਡ ਕੁਐਸਚਨ ਰਹਿ ਗਿਆ ਹੋਵੇ ਤਾਂ ਮਾਫੀ ਹੈ ਪਰ ਜੇ ਘਬਰਾਓ ਨਾ ਤੁਹਾਨੂੰ ਬਾਂਸਲ ਇਮੀਗ੍ਰੇਸ਼ਨ ਵੱਲੋਂ ਉਹਦਾ ਜਵਾਬ ਦੇ ਦਿੱਤਾ ਜਾਏਗਾ। ਤੇ ਇਜਾਜ਼ਤ ਲੈਣ ਦਾ ਟਾਈਮ ਹੈ ਜੀ। ਮਿਲਦੇ ਹਾਂ ਅਗਲੀ ਵਾਰ ਇੱਕ ਨਵੇਂ ਪ੍ਰੋਗਰਾਮ ਤੇ ਸੇਮ ਹੈ ਜੀ ਪਰ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸੇਫ ਰਹੋ ਤੇ ਧੰਨਵਾਦ ਜੀ।